करो ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ। ਤੇ ਅੱਜ ਅਸੀਂ ਗੱਲਬਾਤ ਕਰਾਂਗੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਬਾਰੇ ਵਿੱਚ। ਸੋ ਤੁਹਾਡਾ ਕੋਈ ਵੀ ਸਵਾਲ ਹੈਗਾ ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਅੱਜ ਕਈ ਇਮੀਗ੍ਰੇਸ਼ਨ ਸੰਬੰਧੀ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ, ਖਾਸ ਤੌਰ ਤੇ ਜਿਨ੍ਹਾਂ ਦਾ ਕੈਨੇਡਾ ਤੋਂ ਬਾਹਰ ਪੀਆਰ ਕਾਰਡ ਐਕਸਪਾਇਰ ਹੋ ਰਿਹਾ ਉਹਨਾਂ ਦੇ ਬਾਰੇ ਵੀ ਅਸੀਂ ਗੱਲਬਾਤ ਕਰਾਂਗੇ ਕਿ ਕੀ ਅੱਗੇ ਆਪਸ਼ਨਸ ਉਹਨਾਂ ਦੇ ਕੋਲ ਹੈਗੇ ਨੇ, ਕੀ ਕਰ ਸਕਦੇ ਨੇ। ਸੋ ਇਸ ਤੋਂ ਇਲਾਵਾ ਵੀ ਜੇਕਰ ਤੁਹਾਡਾ ਕੋਈ ਇਮੀਗ੍ਰੇਸ਼ਨ ਸੰਬੰਧੀ ਸਵਾਲ ਹੈਗਾ, ਖਾਸ ਤੌਰ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਕੋਈ ਵੀ ਸਵਾਲ ਹੈ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਕਾਲ ਕਰ ਸਕਦੇ ਹੋ। ਸਾਡੇ ਨਾਲ ਜੁੜ ਚੁੱਕੇ ਨੇ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਅੱਜ ਦੇ ਮੁੱਦੇ ਉੱਤੇ ਗੱਲਬਾਤ ਕਰਨ ਲਈ CWC ਇਮੀਗ੍ਰੇਸ਼ਨ ਤੋਂ ਮਿਸਟਰ ਗੁਰਪ੍ਰੀਤ ਖਹਿਰਾ। ਸਵਾਗਤ ਹੈ ਸਰ। ਬਹੁਤ ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਸਰ? ਬਹੁਤ ਵਧੀਆ ਜੀ ਸਰ। ਪੈਂਡੈਮਿਕ ਥਰਡ ਲਾਕਡਾਊਨ ਦੁਬਾਰਾ ਲੱਗ ਚੁੱਕਿਆ ਵਾ ਤੇ ਇਸ ਵਕਤ ਅਸੀਂ ਦੇਖ ਰਹੇ ਹਾਂ ਕਿ ਬਾਰਡਰਸ ਆਲਮੋਸਟ ਫਿਰ ਦੁਬਾਰਾ ਕਲੋਜ਼ ਹੋ ਰਹੇ ਨੇ, ਰਿਸਟ੍ਰਿਕਸ਼ਨਸ ਵੱਧ ਰਹੀਆਂ ਨੇ। ਅਜਿਹੇ ਵਿੱਚ ਕੈਨੇਡੀਅਨ ਇਮੀਗ੍ਰੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਕੀ ਇਹਦੇ ਵਿੱਚ ਵੀ ਕੋਈ ਨਵੀਆਂ ਚੇਂਜਸ ਆ ਸਕਦੀਆਂ ਨੇ ਆਉਣ ਵਾਲੇ ਸਮੇਂ 'ਚ? ਤਰਨ, ਜਿਹੜਾ ਨੰਬਰਸ ਨੇ, ਸਭ ਤੋਂ ਪਹਿਲਾਂ ਤਾਂ ਜੋ ਇਮੀਗ੍ਰੇਸ਼ਨ ਮਿਨਿਸਟਰ ਨੇ 4 ਲੱਖ ਤੋਂ ਵੱਧ ਦੇ ਨੰਬਰਸ ਦਿੱਤੇ ਨੇ, ਉਹ ਅਨਰੀਅਲਿਸਟਿਕ ਹੈਗੇ ਨੇ ਐਸ ਸਿਚੁਏਸ਼ਨ ਦੇ ਵਿੱਚ ਜਿਵੇਂ ਚੱਲ ਰਿਹਾ ਹੈਗਾ। ਸੋ ਸਭ ਤੋਂ ਵੱਡੀ ਚੇਂਜ ਤਾਂ ਇਹ ਹੋਣ ਲੱਗੀ ਹੈ ਕਿ ਜਿੰਨੇ ਕੋਟਾ ਪੂਰਾ ਨਹੀਂ ਹੋ ਸਕੂਗਾ, ਪਿਛਲੇ ਸਾਲ ਨਹੀਂ ਹੋਇਆ, 2021 ਚ ਨਹੀਂ ਹੋਇਆ, ਤਾਂ ਇਹਦੇ ਆਉਣ ਵਾਲੇ ਜਿਹੜੇ ਲੌਂਗ ਟਰਮ ਇਫੈਕਟਸ ਨੇ ਉਹਨੂੰ ਕਿਵੇਂ ਓਵਰਕਮ ਕੀਤਾ ਜਾਊਗਾ। ਇੱਕ ਤਾਂ ਆਪਾਂ ਦੇਖਿਆ ਕਿ 75 ਪੁਆਇੰਟ ਕਰਕੇ ਤੇ ਉਹਨੂੰ ਥੱਲੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਪਰ ਉਹ ਸਸਟੇਨੇਬਲ ਹੈ ਕਿ ਨਹੀਂ ਹੈ ਇਹ ਆਪਾਂ ਨੂੰ ਨਹੀਂ ਪਤਾ ਹੈਗਾ ਹਾਲੇ। ਤੇ ਦੂਜਾ, ਹਾਲੇ ਤੱਕ ਇਹਦਾ ਜਵਾਬ ਵੀ ਨਹੀਂ ਆਇਆ ਕਿ ਉਹ ਕਿਉਂ 75 ਪੁਆਇੰਟ ਜਿਹੜੇ ਕੀਤੇ ਗਏ ਸੀਗੇ। ਪਰ ਜਿਹੜੀਆਂ ਇਹਦੇ ਨਾਲ ਚੇਂਜਸ ਨੇ, ਜਿਵੇਂ ਆਪਾਂ ਪਿਛਲੇ ਵਾਰੀ ਵੀ ਡਿਸਕਸ਼ਨ ਕਰਦੇ ਸੀ ਕਿ ਵਿਜ਼ਿਟਰਸ ਨੂੰ ਹੁਣ 31 ਅਗਸਤ ਤੱਕ ਦਾ ਜਿਹੜਾ ਟਾਈਮ ਦਿੱਤਾ ਗਿਆ, ਇਹ ਵੀ ਇੰਟੀਗ੍ਰੇਸ਼ਨ ਕਰਨ ਦੀ ਉਹ ਕੋਸ਼ਿਸ਼ ਹੈਗੀ ਹੈ। ਕੋਈ ਬਾਰਡਰ ਬੰਦ ਹੈ, ਉੱਥੇ ਵਰਕ ਪਰਮਿਟ ਨਹੀਂ ਲੈ ਜਾ ਸਕਦੇ, ਪਰ ਇਹ ਪਬਲਿਕ ਪਾਲਿਸੀਆਂ ਬਹੁਤ ਛੋਟੇ ਸਮੇਂ ਲਈ ਇੰਟਰੋਡਿਊਸ ਕੀਤੀਆਂ ਜਾ ਰਹੀਆਂ ਨੇ। ਕੋਈ 6 ਮਹੀਨੇ ਲਈ ਕਰਤੀ, ਕੋਈ ਸਾਲ ਲਈ ਕਰਤੀ, ਕਿਉਂਕਿ ਜਿਹੜਾ ਇਮੀਗ੍ਰੇਸ਼ਨ ਮਹਿਕਮਾ ਹਾਲੇ ਉਹਨੂੰ ਵੀ ਅੰਦਾਜ਼ਾ ਨਹੀਂ ਵੀ ਇਹ ਕਿੰਨਾ ਚਿਰ ਇਹ ਚੱਲਣਾ ਹੈਗਾ। ਤੇ ਦੂਜਾ, ਹੁਣ ਉਹਨਾਂ ਨੇ ਸਿਟੀਜ਼ਨਸ਼ਿਪ ਅਰਜ਼ੀਆਂ ਦੇ ਉੱਤੇ ਵੀ ਕਰਿਆ, ਜੋ ਟਾਈਮਲੀ ਮੈਨਰ ਵਿੱਚ ਪ੍ਰੋਸੈਸ ਨਹੀਂ ਹੋਣਗੇ ਤਾਂ ਕੁਝ PB ਰਿਫੰਡ ਕਰਨਗੇ ਜੀ। ਉਹ ਫਿਰ ਉਹ ਵੋਟ ਆਪਾਂ ਵਾਲੀ ਗੱਲ ਆ ਜਾਂਦੀ ਹੈ ਕਿ ਜਿਹਦਾ ਵੋਟ ਦਾ ਅਧਿਕਾਰ ਬਣਦਾ ਉਹਨੂੰ ਕੁਝ ਫਾਇਦਾ ਵੀ ਦੇਣ ਦੀ ਕੋਸ਼ਿਸ਼, ਜਿਹਦਾ ਵੋਟ ਦਾ ਅਧਿਕਾਰ ਨਹੀਂ ਉਹਨੂੰ ਕੋਈ ਫਾਇਦਾ ਨਹੀਂ ਦਿੱਤਾ ਜਾਂਦਾ ਹੈਗਾ। ਪਰ ਯੈਸ, ਇਮੀਡੀਏਟ ਇਫੈਕਟਸ ਤਾਂ ਹਾਲੇ ਨਹੀਂ ਆਪਾਂ ਨੂੰ ਕੋਈ ਚੇਂਜਸ ਦੇ ਵਿੱਚ ਦਿਖਣਗੇ, ਪਰ ਲੌਂਗ ਟਰਮ ਹਾਂਜੀ ਬਿਲਕੁਲ ਬਹੁਤ ਡਰਾਸਟਿਕ ਚੇਂਜਸ ਅਗਲੇ ਸਮਿਆਂ 'ਚ। ਸਰ, ਜਿਵੇਂ ਆਪਾਂ ਦੇਖ ਰਹੇ ਹਾਂ 4 ਲੱਖ ਦਾ ਇਹਨਾਂ ਨੇ ਘੱਟੋ ਘੱਟ ਟੀਚਾ ਰੱਖਿਆ ਹੋਇਆ ਕਿ ਇਸ ਸਾਲ ਦੇ ਵਿੱਚ ਜਿਹੜੇ ਆ 4 ਲੱਖ ਘੱਟੋ ਘੱਟ ਪ੍ਰਵਾਸੀ ਨੇ ਇੱਥੇ ਸੱਦਾ ਦੇਣਾ ਆ। ਅਜਿਹੇ ਵਿੱਚ ਬਾਹਰੋਂ ਹਜੇ ਫਾਈਲਸ ਫੈਡਰਲ ਦੀਆਂ ਐਕਸਪ੍ਰੈਸ ਐਂਟਰੀਜ਼ ਦੀਆਂ ਹਜੇ ਨਹੀਂ ਚੱਲ ਰਹੀਆਂ ਹੈਗੀਆਂ, ਅਜਿਹੇ ਵਿੱਚ ਕੈਨੇਡੀਅਨ ਐਕਸਪੀਰੀਅੰਸ ਵਾਲਿਆਂ ਨੂੰ ਵੀ ਜ਼ਿਆਦਾ ਤਰਜੀਹ ਦਿੱਤੀ ਜਾ ਸਕਦੀ ਹੈ। ਹਾਂਜੀ, ਆਪਾਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਇਹ ਹੋਇਆ, ਬਿਲਕੁਲ ਹੋਇਆ ਹੈਗਾ। ਪਰ ਦੂਜੇ ਪਾਸੇ ਜਿਹੜੀ ਇਕੱਲੀ ਕਮਿਟਮੈਂਟ ਇਹ ਨਹੀਂ ਕਿ ਉਹ ਇਕਨੋਮਿਕ ਕਲਾਸ ਦੇ ਲੋਕ ਆਉਣ, ਫੈਮਿਲੀ ਕਲਾਸ ਵੀ ਉੱਡਾ ਹੀ ਵੱਡਾ ਹੈਗਾ। ਜੇ ਪਿਛਲੇ ਸਾਲ ਤੇ ਹੁਣ ਨੂੰ ਮਿਲਾ ਕੇ ਦੇਖ ਲਈਏ ਤਾਂ ਇਹ ਡੈਫਿਸਿਟ ਹੈ ਜਿਹੜਾ ਉਹ 1,03,000 ਦੇ ਥੱਲੇ ਤਾਂ ਇਕੱਲਾ ਫੈਮਿਲੀ ਕਲਾਸ ਦੇ ਵਿੱਚ ਚਲੇ ਗਏ ਜੀ। ਇਹ ਉਹ ਲੋਕ ਨੇ ਜਿਹੜੇ ਡਾਇਰੈਕਟਲੀ ਇਫੈਕਟ ਹੋ ਰਹੇ ਨੇ, ਕਿਉਂਕਿ ਫੈਮਿਲੀ ਕਲਾਸ ਦੇ ਵਿੱਚ ਫੈਮਿਲੀ ਰੀਯੂਨੀਫਿਕੇਸ਼ਨ ਹੈ ਜਿਹੜਾ ਉਹ ਮੇਨ ਆਬਜੈਕਟਿਵ ਹੈਗਾ ਇਮੀਗ੍ਰੇਸ਼ਨ ਐਕਟ ਦਾ। ਤੇ ਜਦੋਂ ਉਹ ਆਬਜੈਕਟਿਵ ਪੂਰਾ ਨਹੀਂ ਹੁੰਦਾ ਹੈਗਾ ਤੇ ਫਿਰ ਬਾਕੀ ਚੀਜ਼ਾਂ ਨੇ ਜਿਹੜੀਆਂ ਉਹ ਵੀ ਪ੍ਰਭਾਵਿਤ ਹੋਣ ਲੱਗ ਜਾਂਦੀਆਂ ਨੇ। ਸੋ ਇੱਕ ਤਾਂ ਆਪਾਂ ਦੇਖਿਆ ਕਿ ਸਾਲ 2020 ਲਈ ਜਿਹੜੀ ਇਨਕਮ 'ਚ ਕਟੌਤੀ ਕੀਤੀ ਗਈ ਹੈ, ਹੁਣ ਇਹ 2021 'ਚ ਹੋਊਗੀ ਕਿ ਨਹੀਂ ਹੋਊਗੀ ਉਹ ਵੀ ਆਪਾਂ ਨੂੰ ਨਹੀਂ ਪਤਾ ਹੈਗਾ। ਪਰ ਜਿਹੜਾ ਇਹ ਨੰਬਰਸ ਨੇ, ਇਹ ਜਿਹੜਾ ਤਾਂ ਜੇ ਤਾਂ ਇਲੈਕਸ਼ਨ ਨੂੰ ਦੇਖ ਕੇ ਕਰੀਏ ਤਾਂ ਇਹ ਵਧੀਆ ਲੱਗਦੇ ਆ ਜੀ, ਪਰ ਰੀਅਲਿਸਟਿਕਲੀ ਸ਼ਾਇਦ ਇਹ ਅਚੀਵ ਕਰਨੇ ਹਾਲੇ ਮੁਸ਼ਕਲ ਹੈਗਾ। ਬਿਲਕੁਲ। ਜਿਸ ਤਰ੍ਹਾਂ ਆਪਾਂ ਅੱਜ ਦੇ ਟੌਪਿਕ ਦੀ ਗੱਲ ਕਰੀਏ ਪੀਆਰ ਕਬ ਵਾਲਿਆਂ ਦੀ, ਖਾਸ ਤੌਰ ਦੇ ਉੱਤੇ ਅਸੀਂ ਦੇਖ ਰਹੇ ਹਾਂ ਕਿ ਟਰੈਵਲ ਰਿਸਟ੍ਰਿਕਸ਼ਨਸ ਮੁੜ ਤੋਂ ਸ਼ੁਰੂ ਹੋ ਚੁੱਕੀਆਂ ਨੇ ਤੇ ਬਹੁਤ ਔਖਾ ਹੋ ਰਿਹਾ ਇਸ ਵਕਤ ਟਰੈਵਲ ਕਰਨਾ। ਜਿਹੜੇ ਕੈਨੇਡਾ ਤੋਂ ਇਸ ਵਕਤ ਬਾਹਰ ਨੇ
ਪੀਆਰ ਕਾਰਡ ਉਹਨਾਂ ਦਾ ਆਲਮੋਸਟ ਐਕਸਪਾਇਰ ਹੋਣ ਵਾਲਾ ਜਾਂ ਹੋ ਚੁੱਕਿਆ ਵਾ, ਉਹਨਾਂ ਲਈ ਹੁਣ ਕੀ ਨਵੀਆਂ ਅਪਡੇਸ਼ਨਸ ਆਈਆਂ ਨੇ? ਤਰਨ, ਸਭ ਤੋਂ ਪਹਿਲਾਂ ਤਾਂ ਜਿਹੜੇ ਲੋਕਾਂ ਦਾ ਐਕਸਪਾਇਰ ਹੋਣ ਲੱਗਿਆ ਜੀ, ਉਹਨਾਂ ਨੂੰ ਇੱਕ ਸਭ ਤੋਂ ਵੱਡਾ ਚੇਂਜ ਇਹ ਕੀਤਾ ਗਿਆ ਹੈ ਕਿ ਉਹ ਹੁਣ ਆਨਲਾਈਨ ਜਿਹੜੀ ਅਰਜ਼ੀ ਹੈ ਈਮੇਲ ਦੇ ਥਰੂ ਕਰ ਸਕਦੇ ਹੈਗੇ ਵਾਪਸ ਆਉਣ ਲਈ। ਸੋ ਉਹਨਾਂ ਨੂੰ ਕੋਈ ਹਾਈ ਕਮਿਸ਼ਨ ਜਾਂ ਐਮਬੈਸੀ ਦੇ ਵਿੱਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਹੈ, ਕਿਉਂਕਿ ਪਿਛਲੇ ਸਮੇਂ ਦੇ ਵਿੱਚੋਂ ਜਿਹੜਾ ਇਹ ਐਪਲੀਕੇਸ਼ਨ ਕਰਨ ਲਈ ਤੁਹਾਨੂੰ ਐਮਬੈਸੀ ਜਾਂ ਹਾਈ ਕਮਿਸ਼ਨ ਦੇ ਵਿੱਚੋਂ ਜਾਣਾ ਪੈਂਦਾ ਸੀ, ਤੇ ਕਿਉਂਕਿ ਉੱਥੇ ਹੀ ਸਟਾਫ ਉਨੀ ਲਿਮਿਟਿਡ ਕੈਪੈਸਿਟੀ ਦੇ ਵਿੱਚ ਹੈਗਾ, ਉਹ ਤਾਂ ਪੋਸੀਬਿਲਿਟੀ ਨਹੀਂ ਹੈਗੀ ਹੈ ਤੇ ਲੋਕ ਉੱਥੇ ਨਹੀਂ ਜਾ ਰਹੇ ਹੈਗੇ ਆ, ਤੇ ਇਸੇ ਕਰਕੇ ਹੀ ਉਹਨਾਂ ਨੇ ਇਹਨੂੰ ਪ੍ਰੋਸੈਸ ਨੂੰ ਕੀਤਾ ਤੇ ਇਹਦੇ ਫੈਸਲੇ ਹੁਣ ਕੈਨੇਡਾ ਦੇ ਵਿੱਚ ਹੀ ਹੁੰਦੇ ਹੈਗੇ ਆ। ਸੋ ਇੱਕ ਤਾਂ ਉਹ ਲੋਕ ਨੇ ਜਿਨ੍ਹਾਂ ਦਾ ਖਤਮ ਹੋਣ ਜਾ ਰਿਹਾ ਹੈਗਾ, ਸੋ ਟੈਕਨੀਕਲੀ ਉਹ ਜਿਹਦਾ ਖਤਮ ਹੋਣ ਜਾ ਰਿਹਾ ਹੈ ਉਹ ਜਿੱਦਾਂ ਖਤਮ ਹੁੰਦਾ ਉਸ ਤੋਂ ਇੱਕ ਦਿਨ ਪਹਿਲਾਂ ਉਸੇ ਕਾਰਡ ਦੇ ਉੱਤੇ ਆ ਸਕਦਾ ਹੈਗਾ। ਸੋ ਜੇ ਐਕਸਪਾਇਰ ਹੋ ਗਿਆ ਤਾਂ ਡਿਫਰੈਂਟ ਸਿਚੁਏਸ਼ਨ ਹੈ, ਪਰ ਜੇ ਉਹ ਇੱਕ ਦਿਨ ਵੀ ਵੈਲਿਡ ਹੈ ਤੇ ਤੁਸੀਂ ਉਹ ਦਿਨ ਕੈਨੇਡਾ ਪਹੁੰਚ ਜਾਂਦੇ ਹੋ ਤਾਂ ਵੀ ਤੁਸੀਂ ਵਾਪਸ ਆ ਸਕਦੇ ਹੈਗੇ ਹੋ। ਸੋ ਮੰਨ ਲਓ ਕਿਸੇ ਦਾ 10 ਤਰੀਕ ਨੂੰ ਐਕਸਪਾਇਰ ਹੋ ਰਿਹਾ, ਉਹ 10 ਤਰੀਕ ਨੂੰ ਇਹ ਲੈਂਡ ਕਰ ਜਾਂਦਾ ਤਾਂ ਜ਼ਰੂਰ ਹੈ, ਪਰ ਜੋ 11 ਨੂੰ ਲੈਂਡ ਕਰ ਰਿਹਾ ਫਿਰ ਉਹ ਜਹਾਜ਼ ਕੰਪਨੀ ਨੇ ਉਹਨੂੰ ਚੜਨ ਦੇਣਾ, ਕਿਉਂਕਿ ਉਹ ਲਿਮਿਟ ਹੋ ਚੁੱਕਾ। ਕਿਉਂਕਿ ਜਿਹੜਾ ਪੀਆਰ ਕਾਰਡ ਹੈਗਾ ਇਹ ਟਰੈਵਲ ਡਾਕੂਮੈਂਟ ਹੈਗਾ, ਇਹ ਤੁਹਾਡਾ ਸਟੇਟਸ ਡਾਕੂਮੈਂਟ ਨਹੀਂ, ਇਹ ਟਰੈਵਲ ਡਾਕੂਮੈਂਟ ਹੈ। ਸੋ ਇਹ ਜਹਾਜ਼ ਕੰਪਨੀ ਨੂੰ ਦੱਸਿਆ ਕਿ ਬੰਦਾ ਕੈਨੇਡਾ ਦਾ ਪਰਮਾਨੈਂਟ ਰੈਜ਼ੀਡੈਂਟ ਹੈ, ਤੁਸੀਂ ਉਹਨੂੰ ਬਿਠਾ ਕੇ ਕੈਨੇਡਾ ਦੇ ਦਰਵਾਜ਼ੇ ਤੇ ਲੈ ਜਾਓ। ਜੇ ਤੁਸੀਂ ਬਾਰਡਰ ਤੇ ਆਉਂਦੇ ਹੋ ਤਾਂ ਤੁਹਾਨੂੰ ਪੀਆਰ ਕਾਰਡ ਦੀ ਜ਼ਰੂਰਤ ਨਹੀਂ ਹੈਗੀ ਹੈ, ਕਿਉਂਕਿ ਜਿਹੜਾ ਬਾਰਡਰ ਦੇ ਉੱਤੇ ਉਹ ਆਫਿਸਰ ਹੀ ਨਹੀਂ ਡਿਟਰਮਿਨ ਕਰਨਾ ਹੈ ਕਿ ਤੁਸੀਂ ਆ ਸਕਦੇ ਹੋ ਕਿ ਨਹੀਂ ਆ ਸਕਦੇ ਹੋ। ਇਹ ਵੀ ਲੋਕ ਬਹੁਤ ਅਕਸਰ ਇੱਕ ਦੂਜੇ ਨੂੰ ਸਲਾਹ ਦਿੰਦੇ ਮਿਲਦੇ ਆ ਕਿ ਜੇ ਤੁਹਾਡਾ ਪੀਆਰ ਕਾਰਡ ਐਕਸਪਾਇਰ ਹੋ ਗਿਆ ਫਿਰ ਤਾਂ ਜੇ ਤੁਹਾਡੇ ਕੋਲ ਯੂਨਾਈਟਿਡ ਸਟੇਟਸ ਦਾ ਵੀਜ਼ਾ ਹੈਗਾ ਤਾਂ ਤੁਸੀਂ ਯੂਨਾਈਟਿਡ ਸਟੇਟਸ ਆ ਜਾਓ, ਉਸ ਤੋਂ ਬਾਅਦ ਤੁਹਾਨੂੰ ਪੀਆਰ ਕਾਰਡ ਦੀ ਲੋੜ ਨਹੀਂ, ਤੁਸੀਂ ਲੈਂਡ ਬਾਰਡਰ ਤੇ ਅੰਦਰ ਆ ਸਕਦੇ ਹੋ। ਹਾਂਜੀ, ਇਹ 'ਚ ਕੋਈ ਦੋ ਰਾਵਾਂ ਨਹੀਂ, ਆ ਸਕਦੇ ਹੋ, ਪਰ ਆਉਣ ਦਿੱਤਾ ਜਾਊਗਾ ਅੰਦਰ ਕਿ ਨਹੀਂ ਇਹ ਵੱਖਰਾ ਮੁੱਦਾ ਹੈਗਾ। ਕਿਉਂਕਿ ਜੇ ਤੁਹਾਡੇ ਕੋਲ ਪੀਆਰ ਕਾਰਡ ਨਹੀਂ ਹੈਗਾ ਤਾਂ ਆਫਿਸਰ ਦਾ ਇਹ ਜ਼ਿੰਮੇਵਾਰੀ ਹੈ, ਉਹਦਾ ਆਬਲੀਗੇਸ਼ਨ ਹੈ ਕਿ ਉਹ ਤੁਹਾਡੀ ਰੈਜ਼ੀਡੈਂਸੀ ਡਿਟਰਮੀਨੇਸ਼ਨ ਕਰੇ ਉੱਥੇ, ਉਹ ਦੇਖੇ ਕਿ ਤੁਸੀਂ ਆਪਣੀ ਆਬਲੀਗੇਸ਼ਨ ਪੂਰੀ ਕੀਤੀ ਹੈ ਜਾਂ ਨਹੀਂ ਕੀਤੀ। ਸੋ ਆਬਲੀਗੇਸ਼ਨ ਕੀ ਹੈਗੀ ਹੈ ਕਿ ਤੁਸੀਂ 730 ਦਿਨ ਕੈਨੇਡਾ ਦੇ ਅੰਦਰ ਗੁਜ਼ਾਰਨਾ ਹੈ 5 ਸਾਲ ਦੇ ਸਮੇਂ ਦੇ ਵਿੱਚ। ਹੁਣ ਜਿਹੜਾ 730 ਦਿਨ 5 ਸਾਲ ਦਾ ਸਮਾਂ ਹੈ, ਇਹ ਨਹੀਂ ਹੈਗਾ ਕਿ ਜਿੰਨਾ ਤੁਹਾਡੀ ਪੀਆਰ ਕਾਰਡ 5 ਸਾਲ ਲਈ ਮਿਲਿਆ ਸੀ ਤੁਸੀਂ ਉਹਦੇ 730 ਦਿਨ ਗੁਜ਼ਾਰਨੇ ਆ, ਇਹ ਨਹੀਂ ਹੈਗਾ। ਉਹ ਹੈਗਾ ਫਰਮ ਦ ਡੇਟ ਆਫ ਡਿਟਰਮੀਨੇਸ਼ਨ। ਡੇਟ ਆਫ ਡਿਟਰਮੀਨੇਸ਼ਨ ਦਾ ਮਤਲਬ ਹੈ ਕਿ ਜਿੱਦਾਂ ਤੁਸੀਂ ਵਾਪਸ ਆਉਣ ਲਈ ਅਰਜ਼ੀ ਕੀਤੀ ਤੇ ਆਫਿਸਰ ਨੇ ਡਿਟਰਮੀਨੇਸ਼ਨ ਕਰੀ, ਜਾਂ ਤੁਸੀਂ ਬਾਰਡਰ ਤੇ ਆਏ ਤੇ ਉੱਥੇ ਡਿਟਰਮੀਨੇਸ਼ਨ ਹੋਈ, ਸੋ ਉਹ ਪੀਰੀਅਡ ਤੋਂ ਪਿਛਲੇ 5 ਸਾਲ ਦਾ ਸਮਾਂ ਕਾਊਂਟ ਕੀਤਾ ਜਾਣਾ। ਹੁਣ ਜੇ ਕੋਈ ਇੰਡੀਵਿਜੂਅਲ ਯੂਨਾਈਟਿਡ ਸਟੇਟਸ ਬਾਰਡਰ ਰਾਹੀਂ ਕੈਨੇਡਾ ਆਉਣ ਦੀ, ਕਿਉਂਕਿ ਪਰਮਾਨੈਂਟ ਰੈਜ਼ੀਡੈਂਟਸ ਆ ਸਕਦੇ ਹੈ ਜੀ, ਸੋ ਜੇ ਕੋਈ ਆਉਣ ਦੀ ਕੋਸ਼ਿਸ਼ ਕਰਦਾ ਹੈ ਤੇ ਆਫਿਸਰ ਉੱਥੇ ਡਿਟਰਮਿਨ ਕਰਦਾ ਹੈ ਕਿ ਉਹ ਪਿਛਲੇ 5 ਸਾਲਾਂ ਚੋਂ 730 ਦਿਨ ਨਹੀਂ ਗੁਜ਼ਾਰੇ, ਤਾਂ ਆਫਿਸਰ ਆਬਲੀਗੇਟਡ ਹੈਗਾ ਉਹਨੂੰ ਰਿਮੂਵਲ ਆਰਡਰ ਦੇਣ ਲਈ। ਸੋ ਜਦੋਂ ਰਿਮੂਵਲ ਆਰਡਰ ਦਿੰਦਾ ਹੈ ਤਾਂ ਜਿਹੜਾ ਇੰਡੀਵਿਜੂਅਲ ਹੈ, ਕਿਉਂਕਿ ਉਹ ਪਰਮਾਨੈਂਟ ਰੈਜ਼ੀਡੈਂਟ ਆਫ ਕੈਨੇਡਾ ਹੈਗਾ, ਉਹਦੇ ਕੋਲ ਰਾਈਟ ਆਫ ਅਪੀਲ ਹੈ ਤੇ ਉਹਨੇ 15 ਦਿਨਾਂ ਦੇ ਵਿੱਚ ਉਹਨੂੰ ਅਪੀਲ ਕਰਨਾ ਹੈਗਾ। ਜਦੋਂ ਅਪੀਲ ਕਰਦਾ ਤਾਂ ਇੱਥੇ ਰਹਿ ਸਕਦਾ, ਉਹ ਤੋਂ ਬਾਅਦ ਜੱਜ ਉਹਦਾ ਫੈਸਲਾ ਜਿਹੜਾ ਕਰੂਗਾ ਕਿ ਉਹਨੂੰ ਡਿਟਰਮੀਨੇਸ਼ਨ ਸਹੀ ਹੋਇਆ ਜਾਂ ਨਹੀਂ ਹੋਇਆ। ਇਹ ਤਾਂ ਹਿੱਸਾ ਹੋ ਗਿਆ ਕਿ ਜਿਹੜੇ ਲੋਕ ਯੂਐਸ ਐਂਟਰ ਕਰਨ ਦੀ ਕੋਸ਼ਿਸ਼ ਲੈਂਡ ਬਾਰਡਰ ਦੇ ਥਰੂ। ਹੁਣ ਜੇ ਕੋਈ 에ਅਰਲਾਈਨ ਦੇ ਥਰੂ ਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤੇ ਉਹਦਾ ਪੀਆਰ ਕਾਰਡ ਐਕਸਪਾਇਰ ਹੋ ਗਿਆ, ਤਾਂ ਉਹ ਇਹ ਨਾ ਸਮਝੇ ਕਿ ਉਹਦਾ ਸਟੇਟਸ ਐਕਸਪਾਇਰ ਹੋ ਗਿਆ। ਕਈ ਲੋਕ ਇਹ ਵੀ ਸਮਝਦੇ ਆ ਕਿ ਉਹਦਾ ਪੀਆਰ ਕਾਰਡ ਖਤਮ ਹੋ ਗਿਆ ਤੇ ਉਹਦਾ ਸਟੇਟਸ ਖਤਮ ਹੋ ਗਿਆ। ਇਹ ਬਿਲਕੁਲ ਨਹੀਂ ਹੈਗਾ ਜੀ। ਜਿਹੜਾ ਪੀਆਰ ਕਾਰਡ ਹੈਗਾ ਉਹ ਮੈਂ ਜਿਵੇਂ ਪਹਿਲਾਂ ਤੁਹਾਨੂੰ ਦੱਸਿਆ ਸੀਗਾ, ਉਹ ਇੱਕ ਸਟੇਟਸ ਡਾਕੂਮੈਂਟ ਹੈਗਾ, ਤੇ ਇਸ ਸਟੇਟਸ ਡਾਕੂਮੈਂਟ ਨਹੀਂ ਹੈਗਾ, ਉਹ ਇੱਕ ਟਰੈਵਲ ਡਾਕੂਮੈਂਟ ਹੈਗਾ। ਤੇ ਜਿਹੜਾ ਟਰੈਵਲ ਡਾਕੂਮੈਂਟ ਹੈ, ਜਿਵੇਂ ਆਪਣਾ ਪਾਸਪੋਰਟ ਹੈ, ਉਹ ਆਪਣਾ ਟਰੈਵਲ ਡਾਕੂਮੈਂਟ ਹੈ। ਸੋ ਜੇ ਆਪਣਾ ਪਾਸਪੋਰਟ ਐਕਸਪਾਇਰ ਹੋ ਜੇ ਤਾਂ ਇਹ ਨਹੀਂ ਹੈਗਾ ਨਾ ਕਿ ਆਪਣਾ ਸਿਟੀਜ਼ਨਸ਼ਿਪ ਚਲੀ ਜਾਂਦੀ ਹੈ ਤੇ ਆਪਾਂ ਨੂੰ ਨਵਾਂ ਪਾਸਪੋਰਟ ਮਿਲ ਜਾਂਦਾ, ਉਹ ਵੀ ਜੇ ਪੀਆਰ ਕਾਰਡ ਐਕਸਪਾਇਰ ਹੋ ਜੂ ਆਪਾਂ ਨੂੰ ਨਵਾਂ ਪੀਆਰ ਕਾਰਡ ਮਿਲ ਜੂਗਾ। ਤੇ ਜਦੋਂ ਤੁਸੀਂ ਕਾਰਡ ਐਕਸਪਾਇਰ ਹੋ ਗਿਆ, ਉਸ ਤੋਂ ਬਾਅਦ ਹੁਣ ਤੁਸੀਂ ਅੱਜ ਦੇ ਸਮੇਂ ਦੇ ਵਿੱਚੋਂ ਜਿਹੜੀ ਐਪਲੀਕੇਸ਼ਨ ਕਰਨੀ ਹੈ ਉਹ ਇੱਕ ਈਮੇਲ ਹੈਗਾ, ਉਹ ਈਮੇਲ ਦੇ ਥਰੂ ਤੁਸੀਂ ਐਪਲੀਕੇਸ਼ਨ ਕਰਨੀ ਹੈ। $50 ਤੁਸੀਂ ਉਹਦੀ ਫੀਸ ਦੇਣੀ ਹੈ। ਉਸ ਤੋਂ ਬਾਅਦ ਆਫਿਸਰ ਹੈ ਜਿਹੜਾ ਉਹ ਡਿਟਰਮੀਨੇਸ਼ਨ ਕਰੂਗਾ। ਹੁਣ ਜੇ ਆਫਿਸਰ ਡਿਟਰਮੀਨੇਸ਼ਨ ਕਰਦਾ ਕਿ ਤੁਸੀਂ ਆਬਲੀਗੇਸ਼ਨ ਪੂਰੀ ਨਹੀਂ ਕੀਤੀ ਤਾਂ ਉਹ ਤੁਹਾਡੇ ਕੇਸ ਨੂੰ ਰਿਫਿਊਜ਼ ਕਰ ਦੂਗਾ। ਜਦੋਂ ਰਿਫਿਊਜ਼ ਕਰੂਗਾ ਤੁਹਾਡੇ ਕੋਲ 60 ਡੇਜ਼ ਦਾ ਟਾਈਮ ਹੈ ਉਹਨੂੰ ਅਪੀਲ ਕਰਨ ਲਈ। ਹੁਣ ਜਿਵੇਂ ਮੈਂ ਪਹਿਲਾਂ ਆਖਿਆ ਸੀਗਾ ਕਿ ਕਾਰਡ ਐਕਸਪਾਇਰ ਹੋਣ ਨਾਲ ਤੁਹਾਡਾ ਸਟੇਟਸ ਨਹੀਂ ਐਕਸਪਾਇਰ ਹੁੰਦਾ। ਸਟੇਟਸ ਸਿਰਫ ਤੁਹਾਡਾ 2 ਸਰਕਮਸਟੈਂਸਸ 'ਚ ਐਕਸਪਾਇਰ ਹੋ ਸਕਦਾ। ਪਹਿਲੀ ਸਰਕਮਸਟੈਂਸ ਹੈਗੀ ਹੈ
ਕਿ ਤੁਸੀਂ ਵੋਲੰਟੈਰਲੀ ਰਿਲੈਂਕੁਇਸ਼ ਕਰ ਦਿਓ ਆਪਣੇ ਸਟੇਟਸ ਨੂੰ, ਮਤਲਬ ਲਿਖ ਕੇ ਦੇ ਦਿਓ ਕਿ ਮੈਂ PR ਨਹੀਂ ਰਹਿਣਾ ਚਾਹੁੰਦਾ, ਤਾਂ ਤੁਹਾਡਾ ਆਫਿਸਰ ਇੱਕ ਡਿਟਰਮਿਨ ਕਰੂਗਾ, ਤੁਹਾਨੂੰ ਚਿੱਠੀ ਦੇਊਗਾ ਕਿ ਤੇਰਾ ਸਟੇਟਸ ਹੈ ਜਿਹੜਾ ਹੁਣ PR ਨਹੀਂ ਹੈਗਾ, ਤੁਹਾਡਾ PR ਖਤਮ ਹੋ ਗਿਆ। ਦੂਜਾ, ਇੱਕ ਜੱਜ ਤੁਹਾਡੇ ਖਿਲਾਫ ਰਿਮੂਵਲ ਆਰਡਰ ਦੇ ਦਿੰਦਾ, ਜੇ ਜੱਜ ਰਿਮੂਵਲ ਆਰਡਰ ਦੇ ਦਿੰਦਾ ਤਾਂ ਵੀ ਤੁਹਾਡਾ ਸਟੇਟਸ ਹੈ ਜਿਹੜਾ ਉਹ PR ਖਤਮ ਹੋ ਜਾਂਦਾ। ਉਹ ਤੋਂ ਇਲਾਵਾ ਕਿਸੇ ਵੀ ਤਰੀਕੇ ਨਾਲ ਤੁਹਾਡਾ ਸਟੇਟਸ ਐਕਸਪਾਇਰ ਨਹੀਂ ਹੋ ਸਕਦਾ। ਤੇ ਪਿਛਲੇ ਸਮੇਂ 'ਚ ਇਹ ਵੀ ਦੇਖਿਆ ਤਰਨ ਕਿ ਕਈ ਲੋਕਾਂ ਨੇ ਅਪਲਾਈ ਕੀਤਾ ਸੁਪਰ ਵੀਜ਼ੇ ਲਈ, ਉਹਨਾਂ ਦਾ ਕਾਰਡ ਐਕਸਪਾਇਰ ਹੋ ਗਿਆ, ਉਸ ਤੋਂ ਬਾਅਦ ਉਹਨਾਂ ਨੇ ਸੁਪਰ ਵੀਜ਼ੇ ਲਈ ਅਪਲਾਈ ਕੀਤਾ। ਜਦੋਂ ਸੁਪਰ ਵੀਜ਼ੇ ਲਈ ਅਪਲਾਈ ਕੀਤਾ ਤਾਂ ਉਹਨਾਂ ਨੂੰ ਚਿੱਠੀ ਆਉਂਦੀ ਹੈ ਕਿ ਤੁਸੀਂ ਤਾਂ ਹਾਲੇ ਵੀ PR ਹੈਗੇ ਹੋ, ਕਿਉਂਕਿ PR ਨੂੰ ਵੀਜ਼ਾ ਨਹੀਂ ਨਾ ਲੈਣ ਦੀ ਲੋੜ ਹੈਗੀ ਹੈ, ਸੁਪਰ ਵੀਜ਼ਾ ਇੱਕ ਵਿਜ਼ਿਟਰਸ ਵੀਜ਼ਾ। ਤੇ ਆਫਿਸਰ ਉਹਨੂੰ ਕਹਿੰਦਾ ਕਿ ਤੁਸੀਂ ਆਪਣੀ ਰੈਜ਼ੀਡੈਂਸੀ ਡਿਟਰਮੀਨੇਸ਼ਨ ਕਰੋ ਜਾਂ ਫਿਰ ਤੁਸੀਂ ਆਪਦੇ ਚਿੱਠੀ ਲਿਖ ਕੇ ਦਿਓ ਕਿ ਤੁਸੀਂ PR ਨਹੀਂ ਰਹਿਣਾ ਚਾਹੁੰਦੇ। ਉਹ ਕੇਸ ਦੇ ਵਿੱਚੋਂ ਜਿਹੜਾ ਤਾਂ ਬੰਦਾ ਲਿਖ ਕੇ ਦਿੰਦਾ ਕਿ ਮੈਂ PR ਨਹੀਂ ਰਹਿਣਾ, ਉਹਨੂੰ ਸੁਪਰ ਵੀਜ਼ਾ ਦੇ ਦਿੰਦੇ ਨੇ, ਉਹ ਆ ਜਾਂਦਾ ਪਰ ਉਹਦਾ ਸਟੇਟਸ ਖਤਮ ਹੋ ਜਾਂਦਾ। ਜਿਹੜਾ ਬੰਦਾ ਡਿਟਰਮੀਨੇਸ਼ਨ ਲਈ ਕਹਿੰਦਾ ਤੇ ਉਹ ਤੋਂ ਬਾਅਦ ਆਫਿਸਰ ਉਹਨੂੰ ਡਿਟਰਮਿਨ ਕਰਦਾ। ਹੁਣ ਸੈਕਸ਼ਨ 28 ਹੈ ਜਿਹੜਾ, ਉਹ ਕਹਿੰਦਾ ਹੈਗਾ ਕਿ ਇੱਕ ਪਰਮਨੈਂਟ ਰੈਜ਼ੀਡੈਂਟ ਨੇ ਫੋਲੋਇੰਗ ਆਬਲੀਗੇਸ਼ਨ ਪੂਰੀਆਂ ਕਰਨੀਆਂ। ਸਭ ਤੋਂ ਪਹਿਲਾਂ ਤਾਂ ਕਿ ਉਹਨੇ ਚੰਗਾ ਸ਼ਹਿਰੀ ਬਣ ਕੇ ਰਹਿਣਾ, ਕੋਈ ਕ੍ਰਿਮੀਨੈਲਿਟੀ 'ਚ ਇਨਵੋਲਵ ਨਹੀਂ ਹੋਣਾ। ਦੂਜਾ, ਉਹਨੇ 5 ਸਾਲ ਦੇ ਪੀਰੀਅਡ ਦੇ ਵਿੱਚੋਂ 730 ਦਿਨ ਕੈਨੇਡਾ ਦੇ ਵਿੱਚ ਰਹਿਣਾ। ਉਹਦੇ ਵਿੱਚ ਕੁਝ ਐਗਜ਼ੈਂਪਸ਼ਨਸ ਵੀ ਦਿੱਤੀਆਂ। ਪਹਿਲੀ ਐਗਜ਼ੈਂਪਸ਼ਨ ਹੈਗੀ ਹੈ, ਤੁਸੀਂ ਕੈਨੇਡੀਅਨ PR ਹੈਗੇ ਹੋ, ਤੁਸੀਂ ਕੈਨੇਡੀਅਨ ਕੰਪਨੀ ਲਈ ਕੰਮ ਕਰਦੇ ਹੋ ਤੇ ਤੁਹਾਡੀ ਤਨਖਾਹ ਵੀ ਕੈਨੇਡਾ 'ਚ ਮਿਲਦੀ ਹੈ ਤੇ ਤੁਸੀਂ ਕੈਨੇਡਾ ਤੋਂ ਬਾਹਰ ਕੰਮ ਕਰ ਰਹੇ ਹੋ ਤਾਂ ਵੀ ਤੁਹਾਡੇ ਦਿਨ ਵਿਦਨ ਕੈਨੇਡਾ ਕਾਊਂਟ ਹੋਣਗੇ ਜੀ। ਦੂਜਾ, ਤੁਸੀਂ ਸਪਾਊਸ ਹੈਗੇ ਹੋ ਉਸ ਪਰਮਨੈਂਟ ਰੈਜ਼ੀਡੈਂਟ ਦੇ ਜਿਹੜਾ ਕਿ ਕੈਨੇਡੀਅਨ ਕੰਪਨੀ ਲਈ ਕੰਮ ਕਰਦਾ, ਉਹਨੂੰ ਤਨਖਾਹ ਕੈਨੇਡਾ 'ਚ ਮਿਲਦੀ ਹੈ ਤਾਂ ਵੀ ਤੁਹਾਡੇ ਦਿਨ ਕੈਨੇਡਾ 'ਚ ਹੀ ਕਾਊਂਟ ਹੋਣਗੇ। ਉਹ ਤੋਂ ਇਲਾਵਾ ਤੁਸੀਂ ਸਪਾਊਸ ਹੈਗੇ ਹੋ ਕੈਨੇਡੀਅਨ ਸਿਟੀਜ਼ਨ ਦੇ, ਰਿਗਾਰਡਲੈਸ ਉਹ ਕੰਮ ਕਰਦਾ ਨਹੀਂ ਕਰਦਾ, ਉਹ ਕੈਨੇਡਾ ਤੋਂ ਬਾਹਰ ਰਹਿੰਦਾ, ਤੁਸੀਂ ਉਹਦੇ ਨਾਲ ਰਹਿੰਦੇ ਹੋ ਤਾਂ ਵੀ ਤੁਹਾਡੇ ਦਿਨ ਵਿਦਨ ਕੈਨੇਡਾ ਕਾਊਂਟ ਹੋਣਗੇ ਜੀ। ਇਸ ਤੋਂ ਇਲਾਵਾ ਹਿਊਮੈਨਿਟੇਰੀਅਨ ਕੰਪੈਸ਼ਨੇਟ ਗਰਾਊਂਡਸ ਹੈਗੇ ਨੇ, ਉਹ ਹੈਗੇ ਨੇ ਕਿ ਜੇ ਸਥਿਤੀ ਹੈ ਤੁਹਾਡੇ ਵੱਸ ਤੋਂ ਬਾਹਰ ਹੈ, ਬਿਯੋਂਡ ਯੋਰ ਰੀਜ਼ਨੇਬਲ ਕੰਟਰੋਲ ਹੈਗਾ, ਤਾਂ ਵੀ ਤੁਹਾਡੇ ਦਿਨ ਨੇ ਜਿਹੜੇ ਉਹ ਵਿਦਨ ਕੈਨੇਡਾ ਕਾਊਂਟ ਹੋਣਗੇ। ਸੋਚ ਬਹੁਤ ਸਾਰੀਆਂ ਸਿਚੁਏਸ਼ਨਸ ਜਿਹੜੀਆਂ ਆਉਂਦੀਆਂ ਨੇ। ਸਭ ਤੋਂ ਪਹਿਲੀ ਸਿਚੁਏਸ਼ਨ ਉਹਨਾਂ ਲੋਕਾਂ ਤੇ ਅਦਰ, ਜੇ ਕੋਈ ਬੱਚਾ ਸੀ ਛੋਟਾ 18 ਤੋਂ ਥੱਲੇ ਸੀ, ਉਹਦੇ ਮਾਪੇ ਇੱਥੇ ਸਕਿਲਡ ਵਰਕਰ ਦੇ ਤੌਰ ਤੇ ਆਏ, ਮੈਂ ਅਕਸਰ ਆਮ ਤੌਰ ਤੇ ਦੇਖਦਾ, ਉੱਥੇ ਉਹਨਾਂ ਦੀ ਜੌਬ ਵਧੀਆ ਸੀ ਤੇ ਇੱਥੇ ਆ ਕੇ ਉਹਨਾਂ ਨੂੰ ਕੈਨੇਡਾ ਚੰਗਾ ਨਹੀਂ ਲੱਗਿਆ, ਜੌਬ ਵਧੀਆ ਨਹੀਂ ਲੱਗੀ ਜਾਂ ਉਹਨੂੰ ਜੌਬ ਨਹੀਂ ਮਿਲੀ, ਉਹ ਵਾਪਸ ਚਲੇ ਗਏ ਤੇ ਨਾਲੇ ਆਪਦੇ ਬੱਚੇ ਨੂੰ ਉੱਥੇ ਲੈ ਗਏ। ਹੁਣ ਬੱਚਾ ਜਿਹੜਾ, ਉਹਨੇ ਆਪਦਾ ਫੈਸਲਾ ਆਪ ਨਹੀਂ ਨਾ ਕੀਤਾ, ਉਹਦਾ ਫੈਸਲਾ ਤਾਂ ਉਹਦੇ ਬੈਸਟ ਇੰਟਰਸਟ 'ਚ ਉਹਦੇ ਪੈਰੈਂਟਸ ਨੇ ਕਰਨਾ ਸੀ। ਸੋ ਫਿਰ ਜੇ ਬੱਚੇ ਦਾ ਫੈਸਲਾ ਨਹੀਂ ਸੀ ਤਾਂ ਬੱਚੇ ਨੂੰ ਕਸੂਰਵਾਰ ਨਹੀਂ ਕਿਹਾ ਜਾ ਸਕਦਾ ਕਿ ਉਹਨੇ ਆਪਣੀ ਰੈਜ਼ੀਡੈਂਸੀ ਆਬਲੀਗੇਸ਼ਨ ਹੈ ਜਿਹੜੀ ਉਹ ਪੂਰੀ ਨਹੀਂ ਕੀਤੀ। ਉਹ ਕੇਸ ਦੇ ਵਿੱਚੋਂ ਜੇ ਬੱਚਾ 18 ਸਾਲ ਦਾ ਹੋ ਜਾਂਦਾ, ਉਹ ਐਡਲਟ ਹੋ ਗਿਆ, ਬੱਚਾ ਨਹੀਂ ਰਿਹਾ ਉਹ, ਉਸ ਤੋਂ ਬਾਅਦ ਉਹ ਆਉਣ ਲਈ ਅਰਜ਼ੀ ਕਰਦਾ, ਉਹਨੂੰ ਬਹੁਤ ਕਿਸੇ ਕਾਗਜ਼ ਪੱਤਰ ਦੀ ਜ਼ਰੂਰਤ ਨਹੀਂ, ਉਹਨੇ ਸਿਰਫ ਇਹੀ ਦੱਸਣਾ ਕਿ ਮੈਂ ਫਲਾਣੇ ਸਮੇਂ ਆਇਆ ਸੀ, ਉਸ ਤੋਂ ਬਾਅਦ ਮੇਰੇ ਮਾਂ ਪਿਓ ਮੈਨੂੰ ਲੈ ਗਏ ਤੇ ਇਹ ਫੈਸਲਾ ਮੇਰੇ ਬੈਸਟ ਇੰਟਰਸਟ 'ਚ ਨਹੀਂ ਸੀ ਤੇ ਮੈਂ ਤਾਂ ਚਾਹੁੰਦਾ ਸੀ ਪਰ ਮੈਨੂੰ ਉੱਥੇ ਪੇਰੈਂਟਸ ਨੇ ਲਿਆਂਦਾ, ਤਾਂ ਉਹਨੂੰ ਵਾਪਸ ਆਉਣ ਦੀ ਇਜਾਜ਼ਤ ਰਾਈਟ ਅਵੇ ਮਿਲ ਜੂਗੀ। ਸੋ ਬਹੁਤ ਸਾਰੇ ਇਹੋ ਜਿਹੇ ਕੇਸਿਸ ਨੇ ਪਿਛਲੇ ਸਮੇਂ ਦੇ ਵਿੱਚੋਂ। ਤੇ ਫਿਰ ਉਹ ਕਿਉਂਕਿ ਉਹ PR ਦੇ ਤੌਰ ਤੇ ਆਉਂਦਾ, ਜੇ ਉੱਥੇ ਪੜ੍ਹਦਾ ਵੀ ਹੈ ਤਾਂ ਵੀ ਉਹਦੀ ਇੰਟਰਨੈਸ਼ਨਲ ਸਟੂਡੈਂਟ ਫੀ ਨਹੀਂ ਹੁੰਦੀ। ਜੀ ਸਰ, ਜਿਵੇਂ ਤੁਸੀਂ ਇਹਨਾਂ ਦੇ ਬਾਰੇ ਗੱਲ ਕਰ ਰਹੇ ਹੋ, ਜੇਕਰ ਕੋਈ ਬੱਚਾ ਅਜਿਹਾ ਹੈਗਾ ਜਿਹੜਾ ਆਪਣੇ ਡਿਸੀਜਨਸ ਖੁਦ ਨਹੀਂ ਲੈ ਸਕਦਾ ਜਾਂ ਉਹਨਾਂ ਦੀ ਫੈਮਿਲੀ ਦੇ ਵਿੱਚ ਨਹੀਂ ਲੈ ਸਕਦਾ, ਤਾਂ ਵੀ ਉਹ ਗਵਰਨਮੈਂਟ ਨਾਲ ਕਿਵੇਂ ਕੰਟੈਕਟ ਕਰ ਸਕਦੇ ਆ? ਹਾਂਜੀ, ਉਹਦੇ ਲਈ ਉਹਨੂੰ ਐਪਲੀਕੇਸ਼ਨ ਕਰਨੀ ਪਹਿਲਾਂ ਤਾਂ, ਜਿੰਨਾ ਚਿਰ ਉਹ ਐਡਲਟ ਨਹੀਂ ਹੁੰਦਾ ਉਹਨਾਂ ਚਿਰ ਉਹ ਆਪਣੀ ਅਰਜ਼ੀ ਤੇ ਆਪ ਸਾਈਨ ਨਹੀਂ ਕਰ ਸਕਦਾ ਹੈਗਾ। ਸੋ ਪਹਿਲਾਂ ਤਾਂ ਉਹਨੂੰ ਐਡਲਟ ਹੋਣਾ ਜ਼ਰੂਰੀ ਹੈ। ਐਡਲਟ ਉਦੋਂ ਹੀ ਹੋਊਗਾ ਜਦੋਂ ਉਹ 18 ਇਅਰਸ 올ਡ ਹੋ ਗਿਆ। ਸੋ ਜਿੱਦਾਂ ਉਹ 18 ਇਅਰਸ 올ਡ ਹੋਇਆ, ਉਹਨੇ ਆਪਣੀ ਐਪਲੀਕੇਸ਼ਨ ਫਾਈਲ ਕੀਤੀ। ਸੋ ਜਿਹੜੀ ਇਹ ਫਾਈਲ ਹੈਗੀ ਇਹਨੂੰ ਟਰੈਵਲ ਡਾਕੂਮੈਂਟ ਫਾਈਲ ਕਿਹਾ ਜਾਂਦਾ ਹੈਗਾ। ਸੋ ਉਹ ਐਪਲੀਕੇਸ਼ਨ ਤੁਸੀਂ ਕੀਤੀ, ਉਹਦੀ $50 ਫੀਸ ਜਮ੍ਹਾਂ ਕਰਾਈ, ਉਸ ਤੋਂ ਬਾਅਦ ਇਹ ਆਨਲਾਈਨ ਹੀ ਹੋ ਜਾਂਦਾ। ਤੇ ਹੁਣ 2 ਮੈਥਡਸ ਨਾਲ ਤੁਹਾਨੂੰ ਅਪਰੂਵਲ ਮਿਲਦਾ। ਇੱਕ ਮੈਥਡ ਤਾਂ ਹੈਗਾ ਕਿ ਜੇ ਤੁਹਾਡੇ ਦੇਸ਼ ਦੇ ਵਿੱਚੋਂ ਐਮਬੈਸੀ ਖੁੱਲੀ ਹੋਈ ਹੈ ਤਾਂ ਤੁਹਾਨੂੰ ਕਹਿੰਦੇ ਨੇ ਕਿ ਤੁਸੀਂ ਪਾਸਪੋਰਟ ਜਮ੍ਹਾਂ ਕਰਾਓ, ਉਹ ਸਟਿੱਕਰ ਜਿਹੜਾ ਤੁਹਾਡਾ ਰਿਟਰਨਿੰਗ ਰੈਜ਼ੀਡੈਂਟ ਪਰਮਿਟ ਆ ਉਹ ਲਾ ਕੇ ਦੇ ਦਿੰਦੇ ਨੇ। ਜੇ ਦੂਜਾ ਤੁਹਾਡੇ ਦੇਸ਼ 'ਚ ਉਹ ਨਹੀਂ ਖੁੱਲੀ ਤਾਂ ਤੁਹਾਨੂੰ ਇੱਕ ਡਾਕੂਮੈਂਟ ਪ੍ਰੋਵਾਈਡ ਕੀਤਾ ਜਾਂਦਾ। ਉਹ ਡਾਕੂਮੈਂਟ ਤੇ ਤੁਹਾਨੂੰ ਪੁੱਛਿਆ ਜਾਂਦਾ ਕਿ ਦੱਸੋ ਤੁਹਾਡੀ ਫਲਾਈਟ ਕਿਹੜੇ ਦਿਨ ਹੈ, ਫਿਰ ਉਹ ਇੰਡੋਰਸ ਕਰ ਦਿੱਤੀ ਜਾਂਦੀ ਹੈ, ਤੁਸੀਂ ਉਹ ਕਾਗਜ਼ ਦਿਖਾ ਕੇ ਵਾਪਸ ਆ ਸਕਦੇ ਹੈਗੇ ਹੋ। ਤੇ ਕਈ ਕੇਸਿਸ ਦੇ ਵਿੱਚ ਤਾਂ ਇਹ ਵੀ ਹੋਇਆ ਕਿ ਉਹ 18 ਸਾਲ ਦੇ ਨੇ ਨਹੀਂ ਕੀਤਾ, ਉਹਨੂੰ ਪਤਾ ਹੀ ਨਹੀਂ ਸੀ ਮੈਂ ਵਾਪਸ ਜਾ ਸਕਦਾ। ਉਹ ਤੋਂ ਬਾਅਦ ਉਹਨੇ ਆਪਣੀ ਪੜ੍ਹਾਈ ਕੀਤੀ, ਉਹਨੇ ਬੈਚਲਰਸ ਕੀਤੀ, ਉਹ ਤੋਂ ਬਾਅਦ ਉਹਨੂੰ ਜਾਣਕਾਰੀ ਹੋਈ। ਸੋ ਕਾਨੂੰਨ ਕਹਿੰਦਾ ਹੈ ਕਿ ਉਹ ਕਿਹੜਾ ਫਸਟ ਇੰਸਟੈਂਸ ਸੀਗਾ ਜਦੋਂ ਤੁਹਾਨੂੰ ਵਾਪਸ ਆਉਣ ਦਾ ਪਤਾ ਲੱਗਿਆ, ਤੁਸੀਂ ਵਾਪਸ ਆਏ। ਇਹ ਨਹੀਂ ਕਿ ਮੈਨੂੰ ਪਤਾ ਤਾਂ 18 ਦਾ ਲੱਗ ਗਿਆ ਸੀ ਪਰ ਮੈਂ ਉਹ ਤੋਂ ਬਾਅਦ 32 ਸਾਲ ਦਾ ਹੋ ਕੇ ਅਰਜ਼ੀ ਕਰ ਰਿਹਾ ਕਿ ਮੈਨੂੰ ਵਾਪਸ ਆਉਣ ਤੇ ਜਾਵੇ, ਉਹ ਤਾਂ ਕੋਈ ਗੱਲ ਨਹੀਂ ਮੰਨੀ ਜਾਊਗੀ।
ਤੇ ਇਹਨਾਂ ਕੇਸਿਸ ਦੇ ਵਿੱਚੋਂ ਪਿਛਲੇ ਸਮੇਂ ਦੇ ਵਿੱਚੋਂ ਕੋਰਟ ਨੇ ਬਹੁਤ ਡਿਟਰਮੀਨੇਟਿਵ ਫੈਕਟਰਸ ਦੀ ਜਿਹੜੀ ਲਿਸਟ ਹੈਗੀ ਆ ਉਹ ਕੱਢੀ ਹੈ। ਸੋ ਜਿਵੇਂ ਆਪਾਂ ਗੱਲ ਕੀਤੀ ਸੀ, ਸਭ ਤੋਂ ਪਹਿਲਾਂ ਤਾਂ ਇਹ ਹੈਗਾ ਕਿ ਤੁਹਾਡਾ ਜਾਣ ਦਾ ਕੀ ਕਾਰਨ ਸੀ, ਤੁਸੀਂ ਕਿਉਂ ਗਏ। ਤਾਂ ਉਹਦੇ 'ਚ ਬਹੁਤ ਸਾਰੇ ਲੋਕਾਂ ਦੇ ਕਾਰਨ ਹੋ ਸਕਦੇ ਆ। ਫਿਰ ਦੂਜਾ ਹੈਗਾ, ਜਿਵੇਂ ਹੁਣੇ ਆਪਾਂ ਗੱਲ ਕੀਤੀ ਹੈ, ਕਿ ਕੀ ਤੁਸੀਂ ਫਸਟ ਇੰਸਟੈਂਸ ਸੀਗਾ ਜਦੋਂ ਤੁਸੀਂ ਵਾਪਸ ਆ ਸਕਦੇ ਸੀ, ਤੁਸੀਂ ਉਦੋਂ ਹੀ ਵਾਪਸ ਆਉਣ ਲਈ ਅਰਜ਼ੀ ਕੀਤੀ ਜਾਂ ਨਹੀਂ ਕੀਤੀ। ਫਿਰ ਉਹ ਤੋਂ ਬਾਅਦ ਤੁਹਾਡਾ ਐਸਟੈਬਲਿਸ਼ਮੈਂਟ ਇਨ ਕੈਨੇਡਾ, ਕਿ ਤੁਸੀਂ ਕੈਨੇਡਾ 'ਚ ਕਿੰਨੇ ਐਸਟੈਬਲਿਸ਼ਡ ਹੋ, ਤੁਸੀਂ ਇਹਦੇ ਕੰਮ ਕਰਦੇ ਸੀ ਕਿ ਨਹੀਂ ਕਰਦੇ। ਬੱਚਿਆਂ ਦੇ ਕੇਸ 'ਚ ਨਹੀਂ ਹੋਊਗਾ, ਪਰ ਵੱਡਿਆਂ ਦੇ ਕੇਸ 'ਚ ਹੋਊਗਾ ਜੀ। ਤੇ ਉਸ ਤੋਂ ਬਾਅਦ ਤੁਹਾਡਾ ਕੌਣ ਪਰਿਵਾਰ ਕੈਨੇਡਾ ਦੇ ਵਿੱਚ ਰਹਿੰਦਾ, ਤੁਹਾਨੂੰ ਕੀ ਹਾਰਡਸ਼ਿਪ ਹੋ ਰਹੀ ਹੈ ਕੈਨੇਡਾ ਤੋਂ ਬਾਹਰ, ਕੀ ਤਕਲੀਫਾਂ ਹੋ ਰਹੀਆਂ ਨੇ, ਕੀ ਤਕਲੀਫਾਂ ਹੋ ਰਹੀਆਂ ਨੇ ਤੁਹਾਡੇ ਪਰਿਵਾਰ ਨੂੰ ਜਿਹੜਾ ਕੈਨੇਡਾ ਦੇ ਵਿੱਚ ਰਹਿੰਦਾ। ਇਹ ਤੋਂ ਇਲਾਵਾ ਜਿਹੜੇ ਬੱਚੇ ਨੇ ਉਹਨਾਂ ਦਾ ਬੈਸਟ ਇੰਟਰਸਟ ਕੀ ਆ, ਉਹ ਤੁਹਾਡੇ ਆਪਦੇ ਬੱਚੇ ਵੀ ਹੋ ਸਕਦੇ ਨੇ, ਉਹ ਤੁਹਾਡੇ ਪੋਤਾ ਪੋਤੀਆਂ ਦੋਤਾ ਦੋਤੀ ਵੀ ਹੋ ਸਕਦੇ ਹੈਗੇ ਨੇ। ਹੁਣ ਆਪਾਂ ਅਕਸਰ ਇਹ ਗੱਲ ਦੇਖਦੇ ਹਾਂ ਕਿ ਲੋਕਾਂ ਦੇ ਬਹੁਤ ਸਾਰੇ ਜ਼ਮੀਨ ਜਾਇਦਾਦ ਦੇ ਮੁਕੱਦਮੇ ਵੀ ਇੰਡੀਆ ਦੇ ਵਿੱਚੋਂ ਚੱਲ ਰਹੇ ਹੁੰਦੇ ਨੇ, ਤੇ ਉਹਨਾਂ ਨੂੰ ਬਾਰ-ਬਾਰ ਜਿਹੜੀ ਉਹ ਪੇਸ਼ੀ ਜਾਣਾ ਪੈਂਦਾ ਹੈਗਾ। ਤਾਂ ਕਈ ਲੋਕਾਂ ਨੂੰ ਇਹ ਅਫੋਰਡ ਹੀ ਨਹੀਂ ਕਰ ਪਾਉਂਦੇ ਕਿ ਉਹ ਬਾਰ-ਬਾਰ ਟਰੈਵਲ ਕਰਨ। ਉਹ ਕੀ ਕਰਦੇ, ਉਹ ਉੱਥੇ ਹੀ ਰਹਿੰਦੇ ਆ, ਉਹ ਕਹਿੰਦੇ ਮੁਕੱਦਮੇ ਦਾ ਨਵੇੜਾ ਹੋਵੇ, ਮੈਂ ਫੇਰ ਜਾਵਾਂ। ਪਰ ਉਹਨਾਂ ਕੇਸਿਸ ਦੇ ਵਿੱਚੋਂ ਉਹ 5 ਸਾਲ ਦੇ ਸਮੇਂ ਤੋਂ ਵੀ ਵੱਧ ਦਾ ਸਮਾਂ ਉਹਨਾਂ ਨੂੰ ਕਈ ਵਾਰੀ ਬਾਹਰ ਲੱਗ ਜਾਂਦਾ ਹੈਗਾ। ਤਾਂ ਉਹਨਾਂ ਕੇਸਿਸ ਦੇ ਵਿੱਚ ਵੀ ਇੱਕ ਇਹ ਰੀਜ਼ਨ ਹੈਗਾ ਕਿ ਤੁਸੀਂ ਕਿਉਂ ਗਏ ਸੀ ਜੀ। ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਮੈਂ ਲੰਡਨ ਤੋਂ ਬੋਲ ਰਹੀ ਹਾਂ। ਮੈਂ ਪੁੱਛਣਾ ਚਾਹੁੰਦੀ ਸੀ ਕਿ ਜਿੱਦਾਂ ਸੀਨੀਅਰ ਨੇ ਇੰਡੀਆ ਜਾਣਾ, ਉਹਨਾਂ ਦੀ ਏਜ ਰਿਸਟ੍ਰਿਕਸ਼ਨ ਹੈਗੀ ਕੋਈ ਕਿ ਨਹੀਂ? ਮੈਂ ਨਹੀਂ ਸਵਾਲ ਸਮਝਿਆ ਜੀ। ਸੀਨੀਅਰਸ ਨੇ ਕਿੱਥੇ ਜਾਣਾ ਜੀ? ਇੰਡੀਆ ਟਰੈਵਲ ਕਰਨਾ ਤੁਸੀਂ ਪੁੱਛਣਾ ਚਾਹੁੰਦੇ ਹੋ, ਕੋਈ ਏਜ ਰਿਸਟ੍ਰਿਕਸ਼ਨ ਹੈ ਉੱਥੇ ਕਿ ਨਹੀਂ? ਇਹ ਤੁਸੀਂ ਆਈ ਥਿੰਕ ਤੁਸੀਂ ਜਾਂ ਤਾਂ ਇੰਡੀਆ 'ਚ ਕਿਸੇ ਕੰਸਲਟੈਂਟ ਨਾਲ ਗੱਲ ਕਰੋ ਜਾਂ ਫਿਰ ਤੁਸੀਂ ਇੰਡੀਅਨ ਕੌਂਸੂਲੇਟ ਦੇ ਨਾਲ ਗੱਲ ਕਰੋ, ਤੁਹਾਨੂੰ ਜ਼ਿਆਦਾ ਬੈਟਰ ਦੱਸ ਸਕਦੇ। ਸਰ, ਤੁਹਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੈ? ਮੇਰੇ ਹਿਸਾਬ ਨਾਲ ਕੋਈ ਲਿਮਿਟ ਨਹੀਂ ਹੋਣੀ ਚਾਹੀਦੀ। ਜੋ ਉਹ ਇੰਡੀਅਨ ਸਿਟੀਜ਼ਨ ਨੇ ਜੀ, ਕੈਨੇਡੀਅਨ ਸਿਟੀਜ਼ਨ ਹਾਂਜੀ, ਉਹ ਕਿੰਨੀ ਵੀ ਉਮਰ ਹੋਵੇ ਉਹ ਜਾ ਸਕਦੇ ਆ। ਬਾਕੀ ਉਹਨਾਂ ਕੋਲ ਵੀਜ਼ਾ ਹੋਣਾ ਚਾਹੀਦਾ ਜੀ। ਤੁਸੀਂ ਬਾਕੀ ਇੰਡੀਅਨ ਕੌਂਸੂਲੇਟ ਨਾਲ ਗੱਲ ਕਰ ਲਿਓ ਜੇਕਰ ਉਹ OCI ਕਾਰਡ ਧਾਰਕ ਨੇ ਤਾਂ। ਸ਼ੁਕਰੀਆ ਜੀ ਕਾਲ ਕਰਨ ਲਈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਰ, ਆਪਾਂ ਗੱਲਬਾਤ ਕਰ ਰਹੇ ਸੀ ਜੀ, ਬਿਲਕੁਲ ਰੀਜ਼ਨਸ ਦੀ ਗੱਲ ਕਰਦੇ ਸੀ। ਇਹ ਤੋਂ ਇਲਾਵਾ ਇਹੋ ਜਿਹੇ ਬਹੁਤ ਸਾਰੇ ਕੇਸਿਸ ਹੈਗੇ ਨੇ ਜਿੱਥੇ ਕੋਰਟ ਨੇ ਆਲਰੇਡੀ ਇਹਨੂੰ ਇੱਕ ਡਿਟਰਮੀਨੇਟਿਵ ਫੈਕਟਰ ਵਾਂਗੂ ਵਰਤਿਆ ਹੈਗਾ। ਸੋ ਇੱਕ ਕੇਸ ਹੈਗਾ ਜਿਹੜਾ ਮਿਸਟਰ ਸੰਧੂ ਵਰਸਸ ਕੈਨੇਡਾ ਕੇਸ ਹੈ। ਇਹ ਮੈਂ 2009 ਦੇ ਵਿੱਚ ਕੇਸ ਲੜਿਆ ਸੀ ਕਰਨ। ਇਹ ਕੇਸ ਦੇ ਵਿੱਚੋਂ 1982 ਦੇ ਵਿੱਚ ਸੰਧੂ ਸਾਹਿਬ ਕੈਨੇਡਾ ਆਏ ਸੀਗੇ। 1982 ਚ ਕੈਨੇਡਾ ਆਉਣ ਤੋਂ ਬਾਅਦ ਤੇ ਉਹਨਾਂ ਨੂੰ ਫਿਰ ਵਾਪਸ ਜਾਣਾ ਪਿਆ ਥੋੜੇ ਚਿਰ ਸਮੇਂ ਬਾਅਦ, ਕਿਉਂਕਿ ਉੱਥੇ ਇੱਕ ਸਨ ਉਹਨਾਂ ਦਾ ਇੰਡੀਆ ਦੇ ਵਿੱਚ ਸੀ ਤੇ ਉਹਦੀ ਮੌਤ ਹੋ ਗਈ। ਉਸ ਤੋਂ ਬਾਅਦ ਉਹਨਾਂ ਦੇ 3 ਪੋਤੇ ਤੇ 1 ਨੂੰਹ ਸੀ। ਸੋ ਉਹਨਾਂ ਤੋਂ ਇਲਾਵਾ ਹੋਰ ਕੋਈ ਉਹਨਾਂ ਦੀ ਟੇਕ ਕੇਅਰ ਕਰਨ ਵਾਲਾ ਨਹੀਂ ਸੀਗਾ। ਸੋ ਉਹ ਬੱਚਿਆਂ ਦਾ ਬੈਸਟ ਇੰਟਰਸਟ ਸੀ ਕਿ ਉਹ ਵਾਪਸ ਜਾਂਦੇ ਇੰਡੀਆ ਤਾਂ ਕਿ ਉਹਨਾਂ ਦੀ ਟੇਕ ਕੇਅਰ ਕਰਦੇ। ਪਰ ਉੱਥੇ ਹੋਰ ਟ੍ਰੈਜੇਡੀ ਹੋਈ। ਉਹ ਟ੍ਰੈਜੇਡੀ ਤੋਂ ਬਾਅਦ ਉਹਨਾਂ ਦੇ 2 ਪੋਤਿਆਂ ਦੀ ਮੌਤ ਹੋ ਗਈ ਤੇ 1 ਪੋਤਾ ਹੀ ਬਚਦਾ ਸੀ। ਉਹ ਪੋਤਾ ਵੀ ਕਾਫੀ ਸਮੇਂ ਬਾਅਦ ਕੈਨੇਡਾ ਆ ਜਾਂਦਾ ਹੈ ਤੇ ਆਪਣੀ ਮਾਂ ਨੂੰ ਵੀ ਸਪਾਂਸਰ ਕਰ ਲੈਂਦਾ ਹੈ। ਉਸਦੇ ਆਉਣ ਤੋਂ ਬਾਅਦ ਸੰਧੂ ਸਾਹਿਬ ਇਕੱਲੇ ਰਹਿ ਜਾਂਦੇ ਨੇ। ਉਸ ਤੋਂ ਬਾਅਦ 2009 ਚ ਉਹਨਾਂ ਦੀ ਵਾਪਸ ਆਉਣ ਦੀ ਅਰਜ਼ੀ ਕੀਤੀ ਜਾਂਦੀ ਹੈ। ਸਾਰੀਆਂ ਸਰਕਮਸਟੈਂਸਸ ਦੇਖ ਕੇ ਕਿ ਜਿੱਥੇ ਉਹ ਬੱਚਿਆਂ ਦੇ ਬੈਸਟ ਇੰਟਰਸਟ ਲਈ ਉਹਨੇ ਆਬਲੀਗੇਸ਼ਨ ਨਹੀਂ ਪੂਰੀ ਕੀਤੀ, 1982 ਤੋਂ 2009 ਚ ਵੀ ਉਹਨਾਂ ਨੂੰ ਵਾਪਸ ਆਉਣ ਦੀ ਇਜਾਜ਼ਤ ਮਿਲਦੀ ਹੈ ਜੀ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਅਸੀਂ ਬ੍ਰਹਮਪੁਰ ਬੋਲਦੇ ਜੀ। ਹਾਂਜੀ, ਦੱਸੋ ਜੀ, ਕੀ ਸਵਾਲ ਹੈ? ਖੈਰਾ ਸਾਹਿਬ ਚਾਹਤੇ ਕਿ ਵੀ ਆਪਣੀ ਨੈਣੀ ਤੇ ਇਨਕਮ ਕਿੰਨੀ ਕੁ ਚਾਹੀਦੀ ਜੇ ਨੈਣੀ ਸੱਦਣਾ ਹੋਵੇ ਤਾਂ? ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਕਾਲਰ ਇੱਕ ਹੋਰ ਜੁੜ ਗਏ ਨੇ ਸਰ, ਉਹਨਾਂ ਦਾ ਵੀ ਅਸੀਂ ਸਵਾਲ ਲੈ ਲਈਏ। ਮਾਫੀ ਚਾਹਾਂਗੇ ਜੀ, ਫੋਨ ਡਿਸਕਨੈਕਟ ਹੋ ਗਿਆ ਜੀ। ਸਰ, ਨੈਣੀ ਦੇ ਬਾਰੇ ਵਿੱਚ ਪੁੱਛਣਾ ਚਾਹੁੰਦਾ ਜੀ। ਬਿਲਕੁਲ। ਸੋ ਜੇ ਤਾਂ ਇਹ ਇੰਡੀਵਿਜੂਅਲ, ਆਪਾਂ ਪਹਿਲਾਂ ਕਾਲ ਲੈ ਲਈਏ ਜੀ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ, ਅਸੀਂ ਉਹਨਾਂ ਦੇ ਵੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਜੀ ਬੋਲਦੀ ਹਾਂ ਸਰੀ ਤੋਂ। ਜੀ ਸਰ, ਮੈਮ ਦੱਸੋ ਕੀ ਸਵਾਲ ਹੈ? ਜਿਹੜਾ ਤੁਸੀਂ ਕੈਨੇਡਾ ਤੋਂ ਬਾਹਰ ਪੀਅਰ ਕਰਦਾ ਕਿ ਹੋਏ ਚੰਡੀਗੜ੍ਹ ਵੀ ਤੁਸੀਂ ਇਮੀਗ੍ਰੇਸ਼ਨ ਵਾਲੇ ਕੋਲ ਜਾਓ, ਬਣਾ ਦਿੰਦੇ ਨੇ ਆਰਾਮ ਨਾਲ, ਤੁਹਾਨੂੰ ਪੇਪਰ ਦੇ ਦਿੰਦੇ ਨੇ ਬਣਾ ਕੇ। ਹਾਂਜੀ, ਉਹ ਕੋਵਿਡ ਤੋਂ ਪਹਿਲਾਂ ਸੀ ਜੀ। ਹੁਣ ਜਦੋਂ ਦਾ ਕੋਵਿਡ ਸ਼ੁਰੂ ਹੋਇਆ ਹੈਗਾ, ਹੁਣ ਇਹ ਹਾਂਜੀ, ਹੁਣ ਤੁਹਾਨੂੰ ਆਨਲਾਈਨ ਅਰਜ਼ੀ ਕਰਨੀ ਪੈਂਦੀ ਹੈ। ਬਿਲਕੁਲ ਸਹੀ ਕਿਹਾ, ਉਹ ਬਿਲਕੁਲ ਬਣਾ ਦਿੰਦੇ। ਬਿਲਕੁਲ ਜੀ, ਸ਼ੁਕਰੀਆ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਪਹਿਲਾਂ ਜਿਨ੍ਹਾਂ ਨੇ ਨੈਣੀ ਦੇ ਬਾਰੇ ਗੱਲ ਕੀਤੀ ਜੀ, ਬਿਲਕੁਲ। ਸੋ ਇਹਨਾਂ ਨੇ, ਕਿਉਂਕਿ ਇਹਨਾਂ ਨੇ ਐਕਸਪੀਰੀਅੰਸ ਹੋਇਆ ਹੋਣਾ ਜੀ, ਇਸੇ ਕਰਕੇ ਉਹਨਾਂ ਨੂੰ ਪਤਾ ਹੈਗਾ ਕਿਵੇਂ ਕਿਵੇਂ ਪ੍ਰੋਸੈਸ ਹੁੰਦਾ ਹੈਗਾ। ਕਈ ਲੋਕਾਂ ਦਾ ਗੁੰਮ ਵੀ ਜਾਂਦਾ ਸਰ। ਤੋ ਜਿਵੇਂ ਉੱਥੇ ਗਏ ਤਾਂ ਗੁੰਮ ਗਿਆ,
ਤਾਂ ਵੀ ਤੁਹਾਨੂੰ ਇਹੀ ਅਰਜ਼ੀ ਕਰਕੇ ਨਵਾਂ ਡਾਕੂਮੈਂਟ ਮਿਲੂਗਾ, ਤੁਸੀਂ ਵਾਪਸ ਆ ਸਕਦੇ ਹੋ। ਸੋ ਇਹ ਨਹੀਂ ਕਿ ਕਾਰਡ ਗੁੰਮ ਗਿਆ, ਕਾਰਡ ਐਕਸਪਾਇਰ ਹੋ ਗਿਆ ਤੇ ਤੁਹਾਨੂੰ ਤੁਹਾਡਾ ਨਹੀਂ ਆ ਸਕਦੇ, ਬਿਲਕੁਲ ਨਹੀਂ ਹੈਗਾ ਜੀ। ਸੋ ਜਿਹੜਾ ਨੈਣੀ ਦੇ ਉੱਤੇ ਵਿਚਾਰ ਕੀਤਾ ਸੀ ਉਹਨਾਂ ਨੇ, ਉਹ ਜੇ ਤਾਂ ਤੁਸੀਂ ਬੱਚਿਆਂ ਲਈ ਬੁਲਾ ਰਹੇ ਹੋ ਤਾਂ ਜਿਹੜੀ ਇਨਕਮ ਹੈ ਉਹ ਤੁਹਾਡੇ ਪਰਿਵਾਰ ਦੇ ਹਿਸਾਬ ਨਾਲ ਹੋਊਗੀ। ਸੋ ਜੇ ਹਸਬੈਂਡ ਵਾਈਫ ਤੇ 2 ਉਹਨਾਂ ਦੇ ਬੱਚੇ ਹੈਗੇ ਨੇ, ਉਹ ਬੱਚਿਆਂ ਦੀ ਟੇਕ ਕੇਅਰ ਲਈ ਬੁਲਾ ਰਹੇ ਨੇ, ਤਾਂ ਜਿਹੜੀ ਇਨਕਮ ਹੈ ਉਹ 80,000 ਹੋਣੀ ਚਾਹੀਦੀ ਹੈ। ਤੇ ਇਹਨੂੰ 80-20 ਚ ਵੀ ਵੰਡਿਆ ਜਾ ਸਕਦਾ। ਸੋ 80 ਜਿਹੜੀ 20% ਹੈ ਉਹ ਤੁਹਾਡਾ ਕੈਸ਼ ਵੀ ਹੋ ਸਕਦਾ ਬੈਂਕ ਚੋਂ, ਤੇ ਜਿਹੜੀ 80% ਹੈ 80,000 ਦਾ ਉਹ ਤੁਹਾਡੇ ਕੋਲ ਹੋਣੀ ਚਾਹੀਦੀ ਹੈ। ਇਹ ਤਾਂ ਹੈਗੇ ਜੇ ਬੱਚਿਆਂ ਲਈ ਬੁਲਾ ਰਹੇ ਹੋ। ਬਜ਼ੁਰਗਾਂ ਲਈ ਐਗਜ਼ੈਂਪਸ਼ਨ ਹੈ। ਸੋ ਜੇ ਤਾਂ ਬਜ਼ੁਰਗਾਂ ਲਈ ਉਹਨਾਂ ਦੇ ਬੱਚੇ ਬੁਲਾ ਰਹੇ ਨੇ ਜੀ, ਫਿਰ ਤਾਂ ਉਹ ਇਨਕਮ ਹੋਣੀ ਪਊਗੀ। ਜੇ ਬਜ਼ੁਰਗ ਖੁਦ ਲਈ ਬੁਲਾ ਰਹੇ ਨੇ ਤਾਂ ਫਿਰ ਕਿਸੇ ਇਨਕਮ ਦੀ ਜ਼ਰੂਰਤ ਨਹੀਂ ਹੈਗੀ ਆ। ਹਾਂ, ਉਹਨਾਂ ਕੋਲੇ 2 ਸਾਲ ਦੀ ਤਨਖਾਹ ਦੇਣ ਦੇ ਪੈਸੇ ਹੋਣੇ ਚਾਹੀਦੇ ਨੇ, ਜਿਹੜਾ ਕਿ $60,000 ਬਣਦਾ ਹੈ। ਸੋ ਜੇ ਬਜ਼ੁਰਗਾਂ ਦੇ ਬੈਂਕ ਅਕਾਊਂਟ 'ਚ $60,000 ਹੈਗਾ ਤਾਂ ਬਿਲਕੁਲ ਬੁਲਾ ਸਕਦੇ ਨੇ, ਕੋਈ ਇਨਕਮ ਦੀ ਜ਼ਰੂਰਤ ਨਹੀਂ ਹੈਗੀ। ਨੈਕਸਟ ਕਾਲਰ ਇੱਕ ਹੋਰ ਜੁੜ ਕੇ ਨੇ, ਉਹਨਾਂ ਦਾ ਵੀ ਅਸੀਂ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ, ਮੈਂ ਬਲਜੀਤ ਬੋਲ ਰਿਹਾ ਸੀ ਜੀ ਸਰ ਦੱਸੋ ਜੀ, ਕੀ ਸਵਾਲ ਹੈ? ਅਸੀਂ ਸੁਪਰ ਵੀਜ਼ੇ ਤੇ ਹਾਂ, ਅਸੀਂ ਵਰਕ ਪਰਮਿਟ ਦਾ ਅਪਲਾਈ ਕਰ ਸਕਦੇ ਹਾਂ? ਹਾਂਜੀ, ਹੁਣ ਜੇ ਕੋਈ ਵਿਜ਼ਿਟਰ ਵੀਜ਼ੇ ਤੇ ਹੈਗਾ ਕੈਨੇਡਾ 'ਚ, ਉਹਦੇ ਕੋਲ 31 ਅਗਸਤ ਦਾ ਟਾਈਮ ਹੈਗਾ ਜੀ। 31 ਅਗਸਤ ਤੱਕ ਉਹ ਅਪਲਾਈ ਕਰ ਸਕਦੇ ਨੇ। ਪਰ ਉਹ ਅਪਲਾਈ ਕਰਨ ਲਈ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਕਿ ਤੁਸੀਂ ਕੰਮ ਕਰਨ ਲਈ ਕੁਆਲੀਫਾਈ ਕਰਦੇ ਹੈ ਕਿ ਨਹੀਂ ਕਰਦੇ ਹੈਗੇ ਜੀ। ਹਾਂ, ਜੇ ਤੁਹਾਡਾ ਸਵਾਲ ਸਿਰਫ ਇਹ ਹੈਗਾ ਕਿ ਤੁਸੀਂ ਵਿਜ਼ਿਟਰ ਹੈਗੇ ਹੋ ਤੇ ਤੁਸੀਂ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ, ਹਾਂਜੀ ਜਵਾਬ ਹੈਗਾ ਬਿਲਕੁਲ ਕਰ ਸਕਦੇ ਨੇ। 31 ਅਗਸਤ ਤੱਕ ਕੋਈ ਵੀ ਵਿਜ਼ਿਟਰ ਜਿਹੜਾ ਕੈਨੇਡਾ ਦੇ ਵਿੱਚ ਹੈਗਾ ਉਹ ਵਿਦਨ ਕੈਨੇਡਾ ਵਰਕ ਪਰਮਿਟ ਲਈ ਐਪਲੀਕੇਸ਼ਨ ਕਰ ਸਕਦਾ ਹੈ। ਪਰ ਵਰਕ ਪਰਮਿਟ ਦੀ ਐਪਲੀਕੇਸ਼ਨ ਕਰਨ ਲਈ ਪਹਿਲਾਂ ਤੁਹਾਨੂੰ ਇੰਪਲੋਇਰ ਚਾਹੀਦਾ, ਉਹਦੇ ਕੋਲੇ ਅਪਰੂਵਡ LMIA ਹੋਣਾ ਚਾਹੀਦਾ ਤੇ ਤੁਸੀਂ ਉਹ ਕੰਮ ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਹੋਣੇ ਚਾਹੀਦੇ ਹੋ। ਹੁਣ ਜੇ ਫਾਰਮ ਵਰਕਰ ਹੈ ਜੀ, ਉਹਦੇ ਲਈ ਕੋਈ ਤੁਹਾਨੂੰ ਪੜ੍ਹਾਈ ਜਾਂ ਫਿਰ ਐਕਸਪੀਰੀਅੰਸ ਦੀ ਲੋੜ ਨਹੀਂ, ਹਾਂਜੀ ਉਹ ਬਿਲਕੁਲ ਕਰ ਸਕਦੇ ਹੈਗੇ ਆ। ਪਰ ਜੇ ਕੋਈ ਹੋਰ ਜੌਬ ਹੈ ਤਾਂ ਫਿਰ ਉਹਦੇ ਲਈ ਪੜ੍ਹਾਈ, ਅੰਗਰੇਜ਼ੀ ਤੇ ਐਕਸਪੀਰੀਅੰਸ ਦੀ ਵੀ ਉਨੀ ਜ਼ਰੂਰਤ ਹੋਏਗੀ। ਬਿਲਕੁਲ ਜੀ, ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ। ਜੀ ਕਿੱਥੋਂ ਬੋਲ ਰਹੇ ਹੋ ਜੀ ਤੇ ਕੀ ਸਵਾਲ ਹੈ? ਅਸੀਂ ਤਾਂ ਟੋਰਾਂਟੋ ਤੋਂ ਬੋਲ ਰਹੇ ਹਾਂ। ਪੁੱਛਣਾ ਸੀ ਸਾਹਿਬ ਨੂੰ ਵੀ ਨੈਣੀ ਦੇ ਆਉਣ ਕਿੰਨਾ ਟਾਈਮ ਲੱਗਦਾ? ਸਾਨੂੰ ਸਾਲ ਤੋਂ ਉੱਪਰ ਹੋ ਗਿਆ ਅਪਲਾਈ ਕੀਤੇ ਨੂੰ। ਹਾਂਜੀ, ਹੁਣ ਤੱਕ ਤੁਹਾਨੂੰ ਚਿੱਠੀ ਆ ਜਾਣੀ ਚਾਹੀਦੀ ਸੀ ਕਿ ਉਹਦਾ ਜਿਹੜੀ ਫਾਈਲ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ ਚਿੱਠੀ ਆ ਗਈ ਹੈ ਕਿ ਫਾਈਲ ਸ਼ੁਰੂ ਹੋ ਚੁੱਕੀ ਹੈ? ਚਿੱਠੀ ਨਹੀਂ ਆਈ, ਕੋਈ ਨਹੀਂ ਆਈ ਜੀ। ਹਾਂਜੀ, ਇਹ ਮੈਂ ਤੁਹਾਨੂੰ ਯਾਦ ਹੋਣਾ 2 ਹਫ਼ਤੇ ਪਹਿਲਾਂ ਦੱਸਿਆ ਸੀਗਾ ਕਿ ਜਿਹੜਾ ਬੈਕਲੌਗ ਹੈ ਹੁਣ ਉਹ ਕਲੀਅਰ ਹੋ ਚੁੱਕਿਆ ਹੈ। ਸੋ ਜਿੰਨੀਆਂ ਫਾਈਲਾਂ ਐਡਮਿੰਟਨ ਦੇ ਵਿੱਚ ਦਾਖਲ ਹੋਈਆਂ ਸੀ, ਉਹਨਾਂ ਫਾਈਲਾਂ ਨੂੰ ਸਾਰੀਆਂ ਨੂੰ ਚਿੱਠੀ ਆ ਚੁੱਕੀ ਹੈ ਕਿ ਉਹਨਾਂ ਦਾ ਫਾਈਲ ਨੰਬਰ ਹੈ ਤਾਂ ਸ਼ੁਰੂ ਹੋ ਚੁੱਕੀਆਂ ਹੈਗੀਆਂ ਨੇ। ਸੋ ਤੁਸੀਂ ਖੁਦ ਕੇਸ ਅਪਲਾਈ ਕਰਿਆ ਸੀ ਜਾਂ ਕਿਸੇ ਦੀ ਮਦਦ ਲਈ ਸੀਗੀ? ਕਿਸੇ ਦੀ ਮਦਦ ਲਈ ਸੀ। ਹਾਂਜੀ, ਤਾਂ ਜਾਂ ਤਾਂ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਕਿ ਉਹਨਾਂ ਕੋਲੇ ਚਿੱਠੀ ਆਈ ਹੈ ਕਿ ਨਹੀਂ ਆਈ, ਈਮੇਲ ਤੇ ਚਿੱਠੀ ਆਉਣੀ ਹੈਗੀ ਆ ਉਹ, ਜਾਂ ਫਿਰ ਤੁਸੀਂ ਸਾਡੇ ਦਫ਼ਤਰ ਨੂੰ ਕੰਟੈਕਟ ਕਰ ਸਕਦੇ ਹੋ। ਨੰਬਰ ਸਕਰੀਨ ਤੇ ਆ ਰਿਹਾ ਹੈਗਾ ਤੇ ਉਹ ਵੀ ਤੁਹਾਡੀ ਮਦਦ ਕਰ ਸਕਣਗੇ, ਕਿਉਂਕਿ ਹੁਣ ਜਿੰਨੇ ਲੋਕਾਂ ਨੇ ਵੀ ਫਾਈਲ ਕੀਤਾ ਸੀ ਉਹਨਾਂ ਸਾਰਿਆਂ ਨੂੰ ਇਹ ਐਕਨੋਲੇਜਮੈਂਟ ਜਾ ਚੁੱਕਿਆ ਹੈਗਾ ਜੀ। ਅੱਛਾ, ਪਰ ਉਹ ਕਹਿੰਦੇ ਆ ਕੋਈ ਸਾਨੂੰ ਨਹੀਂ ਆਇਆ। ਕੋਈ ਨਹੀਂ, ਤੁਹਾਡੇ ਨਾਲ ਕਰਦੇ ਹਾਂ। ਹਾਂਜੀ, ਸੋ ਸਾਡੇ ਆਫਿਸ ਨੂੰ ਕੰਟੈਕਟ ਕਰ ਲਓ। ਸ਼ੁਕਰੀਆ ਜੀ ਕਾਲ ਕਰਨ ਲਈ। ਹਾਂਜੀ ਜੀ ਸ਼ੁਕਰੀਆ ਕਾਲ ਕਰਨ ਲਈ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਮੈਡਮ ਜੀ, ਸਤਿ ਸ੍ਰੀ ਅਕਾਲ ਜੀ। ਅਸੀਂ ਇਟਲੀ ਤੋਂ ਬੋਲਦੇ ਜੀ ਸਰ ਦੱਸੋ ਜੀ, ਕੀ ਸਵਾਲ ਹੈ? ਹਾਂਜੀ ਮੈਡਮ ਜੀ, ਇਹ ਪੁੱਛਣਾ ਸੀਗਾ ਵੀ ਜਿੱਦਾਂ ਉਹਨਾਂ ਨੇ, ਮੇਰੀ ਵਾਈਫ ਨੇ ਆਪਣੇ MA ਕੀਤੀ ਸੀ 2016 ਵਿੱਚ, ਪਰ ਉਹਨਾਂ ਕੋਲ ਐਕਸਪੀਰੀਅੰਸ ਹੈ ਨਹੀਂ ਕੋਈ ਵੀ। ਜਿੱਦਾਂ ਅਸੀਂ ਰਹਿੰਦੇ ਇਟਲੀ 'ਚ, ਜਿੱਦਾਂ ਸਿਟੀਜ਼ਨ ਆ, ਤੇ ਇੱਥੇ ਆ ਕੇ ਕਿਹੜਾ ਵਰਕ ਪਰਮਿਟ ਲਈਏ, ਉਹਨਾਂ ਨੂੰ ਕਿਹੜਾ ਦਵਾਈਏ? ਓਕੇ, ਇਹ ਤਾਂ ਡਿਟਰਮੀਨੇਟਿਵ ਨਹੀਂ ਹੈਗਾ। ਪਹਿਲਾਂ ਤਾਂ ਵਿਜ਼ਿਟਰ ਕੈਨੇਡਾ ਆ ਨਹੀਂ ਸਕਦੇ ਹੈਗੇ ਜੀ, ਤਾਂ ਤੁਹਾਨੂੰ ਹਲੇ ਆਉਣ ਦੀ ਇਜਾਜ਼ਤ ਨਹੀਂ ਹੈਗੀ ਹੈ। ਵਿਜ਼ਿਟਰ ਕੈਨੇਡਾ ਹਲੇ ਨਹੀਂ ਆ ਸਕਦੇ ਹੈਗੇ ਜੀ। ਤੇ ਦੂਜਾ ਜਿਹੜਾ, ਜਦੋਂ ਆ ਸਕਦੇ ਆ ਜੀ, ਜਦੋਂ ਉਦੋਂ, ਹਾਂਜੀ ਜੇ ਉਹਨਾਂ ਦਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਤਾਂ MA ਕਰਕੇ ਤਾਂ ਕੋਈ ਵਰਕ ਪਰਮਿਟ ਨਹੀਂ ਮਿਲ ਜਾਣਾ ਜੀ। ਵਰਕ ਪਰਮਿਟ ਹੈ ਜਿਹੜਾ ਵਿਦੇਸ਼ੀਆਂ ਨੂੰ ਤਾਂ ਹੀ ਦਿੱਤਾ ਜਾਂਦਾ ਹੈ ਜਿਹੜਾ ਇੰਪਲੋਇਰ ਹੈਗਾ ਉਹ ਅਪਰੂਵ ਕਰਦਾ ਹੈ ਕਿ ਉਹਨੂੰ ਉਹ ਕੰਮ ਕਰਨ ਲਈ ਕੈਨੇਡਾ 'ਚੋਂ ਸਿਟੀਜ਼ਨ ਜਾਂ ਪਰਮਨੈਂਟ ਰੈਜ਼ੀਡੈਂਟ ਨਹੀਂ ਮਿਲਿਆ, ਫਿਰ ਹੀ ਉਹ ਵਰਕ ਪਰਮਿਟ ਦਿੱਤਾ ਜਾ ਸਕਦਾ ਹੈ। ਹਾਂਜੀ, ਕਈ ਇਹੋ ਜਿਹੇ ਕੇਸਿਸ ਹੈਗੇ ਨੇ, ਜੌਬਸ ਹੈਗੀਆਂ ਨੇ ਜਿੱਥੇ ਤੁਹਾਨੂੰ ਅੰਗਰੇਜ਼ੀ ਦੀ ਵੀ ਲੋੜ ਨਹੀਂ, ਪੜ੍ਹਾਈ ਲਿਖਾਈ ਦੀ ਵੀ ਲੋੜ ਨਹੀਂ। ਉਹ ਜਿਵੇਂ ਫਾਰਮ ਵਰਕਰ ਦੀ ਮੈਂ ਗੱਲ ਕੀਤੀ ਸੀ, ਸੋ ਜੇ ਉਹ ਫਾਰਮ ਵਰਕਰ ਲਈ ਵਰਕ ਪਰਮਿਟ ਕਰਨਾ ਚਾਹੁੰਦੇ ਆ, ਹਾਂਜੀ ਉਹਦੇ ਲਈ ਕੋਈ ਪੜ੍ਹਾਈ ਦੀ ਲੋੜ ਨਹੀਂ, ਕੋਈ ਐਕਸਪੀਰੀਅੰਸ ਦੀ ਲੋੜ ਨਹੀਂ।
ਉਹ ਕਰਿਆ ਜਾ ਸਕਦਾ ਹੈਗਾ। ਸੋ ਜੇ ਉਹ ਫਾਰਮ ਵਰਕਰ ਲਈ ਵਰਕ ਪਰਮਿਟ ਕਰਨਾ ਚਾਹੁੰਦੇ ਆ, ਸਾਡੇ ਆਫਿਸ ਨੂੰ ਤੁਸੀਂ ਕੰਟੈਕਟ ਕਰ ਲਓ ਤੇ ਜ਼ਰੂਰ ਉਹਦੀ ਮਦਦ ਕਰ ਸਕਦੇ ਆ ਜੀ। ਜੀ ਸ਼ੁਕਰੀਆ ਜੀ ਕਾਲ ਕਰਨ ਲਈ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਆਪਾਂ ਬ੍ਰਹਮਕੰਡ ਤੇ ਬੋਲਦੇ ਜਿਹੜੇ ਜਿਨ੍ਹਾਂ ਨੇ ਪੁੱਛਿਆ ਸੀ ਉਹ। ਹਾਂਜੀ ਦੱਸੋ ਜੀ। ਨੈਣੀ ਦਾ ਜੀ ਅਸੀਂ ਇਹ ਪੁੱਛਣਾ ਉਹਨਾਂ ਨੂੰ ਵੀ ਇੱਕ ਬਜ਼ੁਰਗ ਆ, ਮੇਰੀ ਲੱਤ ਦਾ ਆਪਰੇਸ਼ਨ ਹੋਣਾ ਚੂਲੇ ਦਾ, ਤੇ ਵੀ ਅਸੀਂ ਬਜ਼ੁਰਗ ਕਰ ਸਕਦੇ ਅਸੀਂ 75 ਸਾਲ ਦੇ 70-75 ਦੇ। ਹਾਂਜੀ 65 ਸਾਲ ਤੋਂ ਵੱਡੇ ਹੈਗੇ ਹੋ, ਜੇ ਤੁਹਾਡੇ ਬੈਂਕ ਅਕਾਊਂਟ 'ਚ $60,000 ਹੈਗੇ ਨੇ ਤੁਹਾਡੇ ਬੈਂਕ ਅਕਾਊਂਟ 'ਚੋਂ, ਤੁਸੀਂ ਕਰ ਸਕਦੇ ਹੋ। ਤੁਹਾਡੇ ਬੈਂਕ ਅਕਾਊਂਟ 'ਚ $60,000 ਹੈਗੇ ਨੇ? 2 ਸਾਲਾਂ ਦਾ ਤਾਂ ਨਹੀਂ, ਸਾਲ ਦਾ ਤਾਂ ਹੈਗਾ ਸਾਡੇ ਕੋਲੇ ਜੀ। ਨਹੀਂ ਜੀ, ਤੁਸੀਂ ਕੰਮ ਕਰਦੇ ਹੋ ਨਹੀਂ ਕਰਦੇ ਹੋ? ਨਹੀਂ ਕੰਮ ਕੁਛ ਨਹੀਂ ਕਰਦੇ ਜੀ। ਹਾਂਜੀ, ਤਾਂ ਫਿਰ ਤੁਹਾਡੇ ਕੋਲ ਬੈਂਕ ਅਕਾਊਂਟ 'ਚ ਅੱਜ $60,000 ਹੈਗੇ ਨੇ? ਨਿਸ਼ਾਖ ਨਹੀਂ ਗਏ ਜੀ, 20-25 ਹੈ ਜੀ। ਹਾਂਜੀ, ਤੇ ਫਿਰ ਨਹੀਂ ਕਰ ਸਕਦੇ, ਤੁਹਾਨੂੰ $60,000 ਚਾਹੀਦਾ। ਹਾਂ, ਜੇ ਤੁਹਾਡਾ ਕੋਈ ਸਨ, ਡਾਟਰ, ਗ੍ਰੈਂਡ ਚਾਈਲਡ ਕੋਈ ਹੈਗਾ, ਉਹਦੀ ਇਨਕਮ ਹੈਗੀ ਆ, ਉਹ ਫਿਰ ਵੀ ਕਰ ਸਕਦੇ ਆ ਜੀ। ਜੀ ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਇੱਕ ਵਾਰ ਦੇ ਵਿੱਚ ਇੱਕ ਸਵਾਲ ਪੁੱਛਿਆ ਕਰੋ, ਕਿਉਂਕਿ ਦਰਸ਼ਕ ਹੋਰ ਵੀ ਜੁੜੇ ਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੇਪਰੇ ਤੋਂ ਬੋਲਦੇ ਹਾਂ ਜੀ। ਸਾਡਾ ਸਵਾਲ ਇਹ ਹੈ, ਅਸੀਂ 2019 ਚ ਪੇਰੈਂਟਸ ਵਾਲੀ ਐਪਲੀਕੇਸ਼ਨ ਲਾਈ ਸੀ, ਹਜੇ ਤੱਕ ਸਾਨੂੰ ਉਹਦਾ ਕੁਝ ਨਹੀਂ ਆਇਆ। ਜਿਹੜੀ ਐਪਲੀਕੇਸ਼ਨ ਦਾ ਐਕਨੋਲੇਜਮੈਂਟ ਆ ਗਿਆ ਸੀ ਜੀ ਤੁਹਾਨੂੰ? ਹਾਂਜੀ ਹਾਂਜੀ ਹਾਂਜੀ, ਸੋ ਐਕਨੋਲੇਜਮੈਂਟ ਆਇਆ, ਉਸ ਤੋਂ ਬਾਅਦ ਕੋਈ ਹੋਰ ਕਾਗਜ਼ ਪੱਤਰ ਆਇਆ? ਬਸ ਬੇਟਾ ਪੀਆਰ ਹੋ ਗਿਆ ਤੇ ਉਹਦੇ ਪੇਪਰ ਮੰਗਦੇ ਸੀ, ਤੁਸੀਂ ਉਹਨੂੰ ਕਿਉਂ ਨਹੀਂ ਐਡ ਕੀਤਾ? ਉਹ ਸਟੂਡੈਂਟ ਆਇਆ ਸੀ, ਉਹਨੂੰ ਪੀਆਰ ਮਿਲ ਗਈ, ਤੇ ਉਸ ਤੋਂ ਬਾਅਦ ਸਾਡੇ ਇੱਕ ਵਾਰ ਟੈਕਸ ਦੇ ਪੇਪਰ ਮੰਗੇ ਸੀ, ਹੋਰ ਕੁਝ ਨਹੀਂ ਮੰਗਿਆ। ਹਾਂਜੀ, ਸੋ ਜੇ ਹਲੇ ਦਾ ਮਤਲਬ ਜਿਹੜੀ ਇਨੀਸ਼ੀਅਲ ਅਪਰੂਵਲ ਹੈ ਸਪਾਂਸਰਸ਼ਿਪ ਉਹ ਨਹੀਂ ਹੋਈ ਹੈਗੀ ਹੈ। ਜੇ ਟੈਕਸ ਦੇ ਕਾਗਜ਼ ਮੰਗੇ ਹੈਗੇ ਆ, ਤਾਂ ਟੈਕਸ ਦੇ ਕਾਗਜ਼ ਕਦੋਂ ਮੰਗੇ ਗਏ ਸੀ ਜੀ ਤੁਹਾਤੋਂ? ਅਗਸਤ ਚ ਮੰਗੇ ਗਏ ਸੀ ਪਿਛਲੇ। ਹਾਂਜੀ, ਸੋ ਉਹ ਤੋਂ ਬਾਅਦ ਕੋਈ ਫੈਸਲਾ ਨਹੀਂ ਹੋਇਆ ਉਹਦੇ ਉੱਤੇ? ਨਹੀਂ, ਫਿਰ ਕੁਝ ਲੈਟਰ ਨਹੀਂ ਆਇਆ। ਹਾਂਜੀ, ਸੋ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰ ਲਿਓ ਜੀ, ਕਿਉਂਕਿ ਉਹ ਜਿੰਨਾ ਚਿਰ ਜਿਹੜੀ ਸਪਾਂਸਰਸ਼ਿਪ ਅਪਰੂਵਲ ਨਹੀਂ ਹੁੰਦੀ ਉਹਨਾਂ ਚਿਰ ਕੇਸ ਹੈ ਜਿਹੜਾ ਉਹ ਅੱਗੇ ਨਹੀਂ ਵਧੂਗਾ। ਟੈਕਸ ਦੇ ਕਾਗਜ਼ ਮੰਗਣ ਦਾ ਮਤਲਬ ਇਹੀ ਸੀ ਕਿ ਉਹ ਤੁਹਾਡੇ ਇਨਕਮ ਰਿਕੁਆਇਰਮੈਂਟ ਦੇਖਣਾ ਚਾਹੁੰਦੇ ਆ। ਇਨਕਮ ਰਿਕੁਆਇਰਮੈਂਟ ਤੇ ਕਾਨੂੰਨ ਇਹ ਹੈਗਾ ਕਿ 12 ਮਹੀਨੇ ਦਾ ਸਮਾਂ ਵੱਧ ਲੰਘ ਜੇ ਤੇ ਜਾਂ ਫਿਰ ਫੈਮਿਲੀ ਸਰਕਮਸਟੈਂਸਸ ਚੇਂਜ ਹੋ ਜਾਣ, ਤਾਂ ਆਫਿਸਰ ਕੋਲ ਇਹ ਅਧਿਕਾਰ ਹੈਗਾ, ਉਹ ਰੀਡਿਟਰਮਿਨ ਕਰ ਸਕਦਾ ਤੁਹਾਡੀ ਇਨਕਮ ਨੂੰ। ਕਿਉਂਕਿ ਇਹਨਾਂ ਨੇ ਦੱਸਿਆ ਕਿ ਇੱਕ ਜਣਾ ਪਰਮਨੈਂਟ ਰੈਜ਼ੀਡੈਂਟ ਹੋ ਗਿਆ ਤੇ ਉਹ ਤੋਂ ਬਾਅਦ ਉਹ ਰੀਡਿਟਰਮਿਨੇਸ਼ਨ ਕਰਨ ਲਈ, ਤੇ ਉਹ ਰੀਡਿਟਰਮਿਨੇਸ਼ਨ ਲਈ ਜਦੋਂ ਦੇਖਦੇ ਨੇ ਤੇ ਫਿਰ ਉੱਥੇ ਸਾਲ ਦੀ ਇਨਕਮ ਨਹੀਂ ਦੇਖੀ ਜਾਂਦੀ ਤੁਰੰਤ, ਉਹ ਜਿਹੜੀ ਡੇਟ ਹੈ ਉਸ ਤੋਂ 12 ਮਹੀਨੇ ਪਿੱਛੇ ਦੇਖੀ ਜਾਂਦੀ ਹੈ। ਸੋ ਉੱਥੇ ਸਰਕਮਸਟੈਂਸਸ ਚੇਂਜ ਹੋ ਜਾਂਦੀਆਂ ਨੇ। ਸੋ ਜਿਹੜੀ ਸਾਲ ਦੀ ਇਨਕਮ ਹੈ ਉਹ ਉਦੋਂ ਹੈ ਜਦ ਤੁਸੀਂ ਐਪਲੀਕੇਸ਼ਨ ਕਰਨੀ ਹੈ, ਪਰ ਜੇ ਰੀਡਿਟਰਮਿਨੇਸ਼ਨ ਹੋ ਰਿਹਾ ਹੈ ਫਿਰ ਪਾਸਟ 12 ਮੰਥਸ ਦੀ ਦੇ ਉੱਤੇ ਹੋਊਗਾ ਜੀ। ਸ਼ੁਕਰੀਆ ਜੀ ਕਾਲ। ਉਹਨੇ ਪਿਛਲੇ ਸਾਲ ਦੇ ਟੈਕਸ ਹਾਂਜੀ ਬਿਲਕੁਲ ਜੀ, ਬਿਲਕੁਲ। ਸੋ ਸਾਡੇ ਆਫਿਸ ਨੂੰ ਕੰਟੈਕਟ ਕਰ ਲਿਓ ਜੀ, ਉਹ ਤੁਹਾਡੀ ਮਦਦ ਕਰ ਸਕਣਗੇ। ਸ਼ੁਕਰੀਆ ਜੀ ਕਾਲ ਕਰਨ ਲਈ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਮੈਮ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਉੱਚੀ ਬੋਲੋਗੇ? ਅਸੀਂ ਜੀ ਇੱਥੇ ਕੈਨੇਡਾ ਤੋਂ ਬੋਲਦੇ ਹਾਂ ਜੀ। ਤੇ ਸਹੀ ਜੇ ਨੈਣੀ ਤੇ ਬੁਲਾਉਣਾ ਹੋਵੇ ਸਾਨੂੰ ਕਿੰਨੀ ਇਨਕਮ ਦੀ ਲੋੜ ਹੈ? ਇੱਕ ਬੇਬੀ ਹੈ ਸਾਡੇ ਤੇ ਮੰਮੀ ਉਹਦੇ ਤੇ ਇੱਕ ਦਾਦੀ ਆ। ਹਾਂਜੀ, ਸੋ ਜੇ ਬੱਚੇ ਲਈ ਬੁਲਾ ਰਹੇ ਹੈਗੇ ਆ ਤਾਂ ਉਹਨਾਂ ਨੂੰ ਇਨਕਮ $72,000 ਚਾਹੀਦੀ ਹੋਊਗੀ। ਜੇ ਦਾਦੀ ਲਈ ਬੁਲਾ ਰਹੇ ਹੈ ਤੇ ਫਿਰ ਇਨਕਮ ਹੈ ਜਿਹੜੀ ਉਹ ਵੱਧ ਕੇ 80,000 ਹੋ ਜੂਗੀ ਜੀ, ਕਿਉਂਕਿ ਬੰਦੇ 4 ਹੋ ਜਾਣੇ। ਇੱਕ ਬੱਚਾ ਜੀ ਉਹਦੇ ਲਈ ਬੁਲਾ ਰਹੇ ਸੀ। ਹਾਂਜੀ 70,000 ਇਨਕਮ ਚਾਹੀਦੀ ਹੈ ਜੀ। ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਸਰ ਕਾਲਰ ਇੱਕ ਹੋਰ ਜੁੜ ਗਏ ਨੇ, ਉਹਨਾਂ ਦਾ ਵੀ ਕਾਲ ਲੈ ਲਈਏ। ਸੋ ਮੈਂ ਸਰਵਰ ਟੀਮ ਨੂੰ ਕਹਾਂਗੀ ਕਾਲਸ ਫਾਰਵਰਡ ਕਰਨਾ, ਅਸੀਂ ਮਾਫੀ ਚਾਹਾਂਗੇ ਸ਼ਾਇਦ ਫੋਨ ਡਿਸਕਨੈਕਟ ਹੋ ਗਿਆ। ਸਰ ਗੱਲਬਾਤ ਹੋ ਰਹੀ ਸੀ ਜਿਹੜੇ ਪੀਆਰ ਕਾਰਡ ਧਾਰਕ ਨੇ, ਜੇਕਰ ਕਿਸੇ ਦੇ ਉੱਤੇ ਕੋਈ ਕ੍ਰਿਮੀਨਲ ਐਕਟ ਦੇ ਅਕੋਰਡਿੰਗ ਕੋਈ ਮੁਕੱਦਮਾ ਚੱਲਦਾ ਹੈ ਜਿਹਦੇ ਕਰਕੇ ਉਹਨੂੰ ਉੱਥੇ ਜੇਲ੍ਹ ਵੀ ਜਾਣਾ ਪੈਂਦਾ ਤੇ ਉਹਦਾ ਪੀਆਰ ਕਾਰਡ ਐਕਸਪਾਇਰ ਹੋ ਜਾਂਦਾ, ਕੀ ਅਜਿਹੇ ਹਾਲਾਤਾਂ ਵਿੱਚ ਵੀ ਐਲੀਜੀਬਲ ਹੈ? ਤਰਨ ਇੱਥੇ ਸਰਕਮਸਟੈਂਸਸ ਦੋ ਡਿਫਰੈਂਟ ਹੋ ਗਏ। ਇੱਕ ਤਾਂ ਉਹਦੇ ਤੇ ਕ੍ਰਿਮੀਨਲ ਮੈਟਰ ਉਹਨੂੰ ਚਾਰਜ ਕਰ ਦਿੱਤਾ ਗਿਆ, ਉਹ ਮੁਲਜ਼ਮ ਹੈਗਾ, ਉਹ ਮੁਜਰਮ ਨਹੀਂ ਹੈਗਾ, ਉਹ ਮੁਲਜ਼ਮ ਹੈ, ਮਤਲਬ ਕਿ ਅਕਿਊਜ਼ਡ ਹੈਗਾ, ਅਕਿਊਜ਼ਡ ਹੈ ਉਹ। ਜੇ ਅਕਿਊਜ਼ਡ ਹੈ ਤੇ ਉਹਦੇ ਤੇ ਬੇਲ ਕੰਡੀਸ਼ਨ ਹੈਗੀ ਹੈ ਕਿ ਉਹ ਕੰਟਰੀ ਛੱਡ ਕੇ ਨਹੀਂ ਜਾ ਸਕਦਾ ਤੇ ਨਾਲ ਉਹਦਾ ਪਾਸਪੋਰਟ ਵੀ ਜਮਾ ਕਰਾ ਲਿਆ ਹੋਇਆ ਤੇ ਉਸ ਤੋਂ ਬਾਅਦ ਉਹਦਾ ਐਕਵਿਟਲ ਹੋ ਜਾਂਦਾ ਹੈ, ਉਹਦੀ ਜਿਹੜੀ ਬਾਇਜ਼ਤ ਬਰੀ ਹੋ ਜਾਂਦਾ। ਉਹ ਕੇਸ ਦੇ ਵਿੱਚ ਉਹਨੂੰ ਬਿਲਕੁਲ ਵਾਪਸ ਆਉਣ ਦੀ ਇਜਾਜ਼ਤ ਹੈ ਜਿਹੜੀ ਉਹ ਹੋਊਗੀ ਜੀ। ਹੁਣ ਜਿਹੜੀ ਦੂਜੀ ਸਰਕਮਸਟੈਂਸਸ ਤੇ ਆਖਿਆ ਕਿ ਹਾਂ ਉਹ ਅਕਿਊਜ਼ਡ ਹੋ ਕੇ ਉਹ ਤੋਂ ਬਾਅਦ ਉਹਨੂੰ ਸਜ਼ਾ ਹੋ ਜਾਂਦੀ ਹੈ, ਤਾਂ ਸਜ਼ਾ ਹੋਣ ਤੋਂ ਬਾਅਦ ਫਿਰ ਉੱਤੇ ਸੈਕਸ਼ਨ 36 ਇੰਡਿਊਸ ਹੋ ਜਾਂਦਾ ਹੈ। ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਇੱਕ ਜੁੜ ਗਏ ਨੇ, ਉਹਨਾਂ ਦਾ ਅਸੀਂ ਸਵਾਲ ਲੈ ਲਈਏ।
ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਪੁੱਛਣਾ ਚਾਹੁੰਦੇ ਹੋ? ਮੈਂ ਬ੍ਰੈਂਪਟਨ ਤੋਂ ਬੋਲ ਰਿਹਾ। ਮੇਰਾ ਕੁਐਸਚਨ ਸੀ ਮੇਰਾ ਸਭ ਤੋਂ ਇੱਕ ਕਿ ਮੇਰੇ ਪੇਰੈਂਟਸ ਇਨ ਕੈਨੇਡਾ ਪੀਆਰ ਹੋ ਗਏ ਤੇ ਉਹਨਾਂ ਨੇ ਵਾਪਸ ਇੰਡੀਆ ਜਾਣਾ ਵਾਪਸ, ਤੇ ਉੱਥੋਂ ਜਦੋਂ ਆਉਣ ਲੱਗੇ ਉਹ ਕਿੰਨੀ ਅਮਾਊਂਟ ਲੈ ਕੇ ਆ ਸਕਦੇ ਆ, ਜਾਂ ਕੁਝ ਆਪਣਾ ਸਮਾਨ ਕੋਈ ਐਗਜ਼ੈਂਪਸ਼ਨ ਹੈ ਕੁਝ ਇਸ ਰਿਗਾਰਡਿੰਗ ਕੋਈ? ਜੀ ਜ਼ਰੂਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ ਜੀ ਸਰ। ਤਰਨ ਜਿਹੜੀ ਲਿਆਉਣ ਦੀ ਇਜਾਜ਼ਤ ਹੈ, ਜੇ ਤੁਸੀਂ $10,000 ਤੁਸੀਂ ਕਿੰਨਾ ਵੀ ਪੈਸਾ ਲਿਆ ਸਕਦੇ ਹੋ, ਪਰ $10,000 ਤੋਂ ਲੈ ਕੇ ਆਉਣਾ ਤੁਹਾਨੂੰ ਡਿਕਲੇਅਰ ਕਰਨਾ ਜ਼ਰੂਰੀ ਹੋਊਗਾ। ਕਿੰਨਾ ਵੀ ਅਮਾਊਂਟ ਲਿਆ ਸਕਦੇ ਹੋ, ਉਹ ਤੋਂ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਹੈ। ਦੂਜੀ ਉਹਨਾਂ ਦਾ ਜਿਹੜਾ ਸਵਾਲ ਸੀਗਾ ਉਹ ਕਸਟਮ ਮੈਟਰ ਦੇ ਉੱਤੇ ਸੀਗਾ। ਉੱਥੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ PR ਹੋਏ ਨੇ ਜੀ, ਤਾਂ ਉਸ ਵੇਲੇ ਜੇ ਉਹਨਾਂ ਨੇ ਲਿਖਾਇਆ ਐਂਟਰ ਕਰਾਇਆ ਹੈਗਾ ਮੋਰ ਗੁੱਡਸ ਟੂ ਫੋਲੋ, ਤੇ ਫਿਰ ਉਹ ਟੈਕਸ ਐਗਜ਼ੈਂਪਟ ਕਿੰਨਾ ਵੀ ਸਮਾਨ ਲਿਆ ਸਕਦੇ ਆ। ਜੇ ਉਹਨਾਂ ਨੇ ਨਹੀਂ ਲਿਖਾਇਆ ਮੋਰ ਗੁੱਡਸ ਟੂ ਫੋਲੋ, ਤਾਂ ਫਿਰ ਉਹ ਜਦੋਂ ਵੀ ਆਉਣਗੇ ਤਾਂ ਜੋ ਵੀ ਰੈਗੂਲਰ ਕਸਟਮਸ ਚਾਰजेस ਨੇ ਉਹਨਾਂ ਤੇ ਉਹ ਲੱਗਣਗੇ। ਸਰ ਇਹ ਕੀ ਟਰਮ ਹੈ ਇਹ ਮੋਰ ਗੁੱਡਸ ਟੂ ਫੋਲੋ? ਹਾਂਜੀ, ਜਦੋਂ ਆਪਾਂ ਆਉਨੇ ਆ, ਆਪਾਂ ਜਦੋਂ ਪਹਿਲੀ ਵਾਰ ਕੈਨੇਡਾ ਪਰਮਨੈਂਟ ਰੈਜ਼ੀਡੈਂਟ ਬਣਦੇ ਆ, ਆਪਾਂ ਨੂੰ ਐਗਜ਼ੈਂਪਟ ਹੈਗੇ ਆ ਕਿੰਨਾ ਵੀ ਸਮਾਨ ਅਮਾਉਂਟ ਉਹ ਕਸਟਮ ਡਿਊਟੀ ਤੋਂ ਬਿਨਾ ਕੈਨੇਡਾ ਦੇ ਅੰਦਰ ਲੈ ਕੇ ਆਉਣ ਨੂੰ, ਜੋ ਕਿਉਂਕਿ ਆਪਾਂ ਜਿਹੜਾ ਹੋਮ ਹੈ ਉਹ ਚੇਂਜ ਕਰ ਰਹੇ ਹਾਂ, ਸੋ ਇਸ ਕਰਕੇ ਐਗਜ਼ੈਂਪਸ਼ਨ ਦਿੱਤੀ ਜਾਊਗੀ। ਅਦਰਵਾਈਜ਼ ਇੱਕ ਸਰਟਨ ਲਿਮਿਟ ਹੈ, ਉਹ ਤੋਂ ਬਾਅਦ ਆਪਾਂ ਨੂੰ ਜਿਹੜੇ ਕਸਟਮ ਦੇ ਚਾਰजेस ਨੇ ਉਹ ਲੱਗਣੇ ਆ। ਪਰ ਜਦੋਂ ਆਪਾਂ ਆਉਨੇ ਆ ਤੇ ਉਸ ਸਮੇਂ ਜਦੋਂ ਆਪਾਂ ਲੈਂਡ ਕਰਦੇ ਆ, ਤਾਂ ਜਿਹੜਾ ਵੀ ਸਮਾਨ ਆਪਾਂ ਲੈਣਾ ਉਹ ਕਸਟਮ ਐਗਜ਼ੈਂਪਟ ਹੁੰਦਾ ਹੈਗਾ। ਉਸ ਸਮੇਂ ਜੇ ਤੁਸੀਂ ਆਫਿਸਰ ਨੂੰ ਕਹਿੰਦੇ ਹੋ ਕਿ ਇਹ ਮੇਰਾ ਆਹ ਸਮਾਨ ਹਾਰੇ ਨਹੀਂ ਹੈਗਾ, ਮੇਰਾ ਸਮਾਨ ਹੋਰ ਵੀ ਆਉਣਾ ਹੈ, ਜਾਂ ਮੈਂ ਅਗਲੀ ਵਾਰੀ ਜਾਣਾ ਹੈ, ਮੈਂ ਹੋਰ ਵੀ ਲੈ ਕੇ ਆਉਣਾ ਹੈਗਾ, ਤਾਂ ਉਹਦੇ ਉੱਤੇ ਉਹ ਨੋਟੇਸ਼ਨ ਪਾ ਦਿੰਦਾ ਮੋਰ ਗੁੱਡਸ ਟੂ ਫੋਲੋ। ਸੋ ਜਦੋਂ ਨੋਟੇਸ਼ਨ ਪਾ ਦਿੰਦਾ ਉਹਦਾ ਮਤਲਬ ਹੈ ਹੋਰ ਸਮਾਨ ਨੇ ਵੀ ਆਉਣਾ। ਤਾਂ ਤੁਸੀਂ ਨੈਕਸਟ ਟਾਈਮ ਵੀ ਲੈ ਕੇ ਆਉਂਦੇ ਹੋ ਤਾਂ ਵੀ ਤੁਹਾਨੂੰ ਐਗਜ਼ੈਂਪਸ਼ਨ ਹੈ, ਜਿਹੜੀ ਕਸਟਮ ਐਗਜ਼ੈਂਪਸ਼ਨ ਉਹ ਮਿਲਦੀ ਹੈਗੀ ਹੈ। ਪਰ ਜਿਹੜੀ ਤੁਹਾਡਾ ਪੈਸਾ ਹੈਗਾ ਉਹ ਰਿਗਾਰਡਲੈਸ ਤੁਸੀਂ ਪਹਿਲੀ ਵਾਰ, ਦੂਜੀ ਵਾਰ, ਤੀਜੀ ਵਾਰ ਕਦੋਂ ਵੀ ਆ ਰਹੇ ਹੋ, ਉਹ ਜੇ 10,000 ਤੋਂ ਜ਼ਿਆਦਾ ਦਾ ਅਮਾਊਂਟ ਹੈਗਾ ਤਾਂ ਤੁਹਾਨੂੰ ਡਿਕਲੇਅਰ ਕਰਨਾ ਜ਼ਰੂਰੀ ਹੈ। ਉਹ ਤੋਂ ਬਾਅਦ ਉਹਦੇ ਤੇ ਨਹੀਂ ਕਿ ਤੁਹਾਨੂੰ ਟੈਕਸ ਲੱਗਣਾ, ਪਰ ਉਹ ਕਿਉਂਕਿ ਜਿਹੜੀ ਮਨੀ ਲਾਂਡਰਿੰਗ ਹੈ ਉਹਨੂੰ ਪ੍ਰੀਵੈਂਟ ਕਰਨ ਲਈ ਇਹ ਕੀਤਾ ਗਿਆ। ਤੇ ਜੇ ਉਹ ਤੁਸੀਂ ਅਵੇਲੇਬਲ ਸੋਰਸ ਨਹੀਂ ਦੱਸ ਸਕਦੇ ਉਹ ਪੈਸੇ ਕਿੱਥੇ ਆਏ ਨੇ, ਤਾਂ ਉਹ ਫਿਰ ਉਹਨੂੰ ਮਨੀ ਲਾਂਡਰਿੰਗ ਹੀ ਗਿਣਿਆ ਜਾਂਦਾ ਹੈਗਾ। ਪਰ ਇਹ ਮੈਂ ਦੱਸਣਾ ਚਾਹੁੰਦਾ ਕਿ ਜਿਹੜੇ ਨਵੇਂ ਕੋਈ ਪਰਮਨੈਂਟ ਰੈਜ਼ੀਡੈਂਟ ਹੁਣ ਆ ਰਹੇ ਨੇ ਜੀ, ਉਹ ਜੇ ਉਹਨਾਂ ਦਾ ਸਮਾਨ ਬਾਅਦ ਚੋਂ ਆਉਣਾ ਹੁੰਦਾ ਤਾਂ ਆਫਿਸਰ ਨੂੰ ਜ਼ਰੂਰ ਦੱਸਣ ਜਦੋਂ ਉਹਨੂੰ ਲੈਂਡ ਕਰਾ ਰਿਹਾ ਹੈ ਕਿ ਮੇਰਾ ਹੋਰ ਵੀ ਸਮਾਨ ਆਉਣਾ, ਮੋਰ ਗੁੱਡਸ ਟੂ ਫੋਲੋ, ਤਾਂ ਉਹ ਨੋਟੇਸ਼ਨ ਲਿਖ ਦੂਗਾ, ਤਾਂ ਅਗਲੀ ਵਾਰੀ ਤੁਹਾਨੂੰ ਜਿਹੜੇ ਕਸਟਮ ਚਾਰजेस ਨੇ ਉਹ ਨਹੀਂ ਲੱਗਣਗੇ। ਪਰ ਜੇ ਤੁਸੀਂ ਨਹੀਂ ਦੱਸਿਆ, ਤੁਸੀਂ ਅਗਲੀ ਵਾਰੀ ਲੈ ਕੇ ਆ ਰਹੇ ਹੋ, ਤੁਹਾਨੂੰ ਕਸਟਮ ਚਾਰजेस ਲੱਗਣੇ ਆ ਜੀ। ਬਿਲਕੁਲ, ਅਸੀਂ ਗੱਲ ਕਰ ਰਹੇ ਸੀ ਜਿਨ੍ਹਾਂ ਦੇ ਉੱਤੇ ਕ੍ਰਿਮੀਨਲ ਚਾਰजेस ਬਿਲਕੁਲ ਤਰਨ। ਸੋ ਉਹਦੇ ਉੱਤੇ ਜੇ ਮੈਂ ਦੱਸਿਆ ਕਿ ਜੇ ਤਾਂ ਤੁਸੀਂ ਬਾਇਜ਼ਤ ਬਰੀ ਹੋ ਗਏ, ਹਾਂਜੀ, ਤੁਹਾਨੂੰ ਵਾਪਸ ਆਉਣ ਦੀ ਪੂਰੀ ਇਜਾਜ਼ਤ ਮਿਲੂਗੀ। ਪਰ ਜੇ ਤੁਸੀਂ ਸਜ਼ਾ ਜ਼ਾਫਤਾ ਹੋ ਗਏ, ਤੁਹਾਨੂੰ ਸਜ਼ਾ ਹੋ ਜੀ, ਕਨਵਿਕਸ਼ਨ ਹੋ ਗਈ, ਤਾਂ ਤੁਸੀਂ ਸੈਕਸ਼ਨ 36 ਦੇ ਥੱਲੇ ਕਾਟ ਹੋ ਜਾਂਦੇ ਹੋ। ਇਹ ਮੈਂ ਯਾਦ ਹੋਣਾ ਜਦੋਂ ਮੈਂ ਸ਼ੁਰੂ ਦੱਸਿਆ ਸੀ ਕਿ ਇੱਕ ਪਰਮਨੈਂਟ ਰੈਜ਼ੀਡੈਂਟ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਗੁੱਡ ਕੰਡਕਟ ਰੱਖੇ, ਕਿਸੇ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵਡ ਨਾ ਹੋਵੇ। ਸੋ ਇਹਦੇ 'ਚ ਇਕੱਲਾ ਇਹ ਰੂਲ ਨਹੀਂ ਹੈਗਾ ਕਿ ਉਹ ਕੈਨੇਡਾ 'ਚ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਨਾ ਹੋਵੇ, ਉਹ ਕੈਨੇਡਾ ਤੋਂ ਬਾਹਰ ਵੀ ਜੇ ਕ੍ਰਿਮੀਨਲ ਐਕਟੀਵਿਟੀ 'ਚ ਇਨਵੋਲਵ ਹੋ ਗਿਆ, ਉਹਨੂੰ ਤਾਂ ਵੀ ਆਉਣ ਦੀ ਇਜਾਜ਼ਤ ਜਿਹੜੀ ਨਹੀਂ ਮਿਲੂਗੀ, ਕਿਉਂਕਿ ਤੁਹਾਡੇ ਤੇ ਸੈਕਸ਼ਨ 36 ਹੈ, ਤੁਸੀਂ ਇਨਐਡਮਿਸਿਬਲ ਹੋ ਜਾਂਦੇ ਹੋ ਕੈਨੇਡਾ ਨੂੰ। ਜਿਹੜਾ ਇਹ ਮਾਮਲਾ ਮੈਂ ਇੱਥੇ ਦੱਸਣਾ ਚਾਹੁੰਦਾ, ਮੈਂ ਇੱਕ ਬਹੁਤ ਲੈਂਡਮਾਰਕ ਕੇਸ ਹੈਗਾ, ਇਹਦੇ ਉੱਤੇ ਅਪੀਲ ਦੇ ਵਿੱਚੋਂ ਲੜਿਆ ਸੀ ਜੀ। ਉਹਦੇ ਵਿੱਚੋਂ ਇਹ ਸੀ ਕਿ ਇੱਕ ਇੰਡੀਵਿਜੂਅਲ ਸੀ, ਉਹ ਇੰਡੀਆ ਦੇ ਵਿੱਚੋਂ ਗਏ, ਇੰਡੀਆ ਦੇ ਵਿੱਚੋਂ ਜਾ ਕੇ ਉੱਥੇ ਕਿਸੇ ਨੇ ਉਹਨਾਂ ਦੇ ਝੂਠਾ ਮੁਕੱਦਮਾ ਮਰੂਤੀ ਚੋਰੀ ਕਰਨ ਦਾ ਉਹਨਾਂ ਦੇ ਉੱਤੇ ਪਾ ਦਿੱਤਾ। ਉਹ ਮਰੂਤੀ ਚੋਰੀ ਕਰਨ ਦਾ ਮੁਕੱਦਮਾ ਉਹਨਾਂ ਤੇ ਪਿਆ, ਤੇ ਉਹ ਤੋਂ ਬਾਅਦ ਉਹਨਾਂ ਦੀ ਜ਼ਮਾਨਤ ਦੀ ਇਹ ਕੰਡੀਸ਼ਨ ਸੀ ਕਿ ਉਹ ਕੋਰਟ 'ਚ ਆਪਣਾ ਪਾਸਪੋਰਟ ਹੈ ਜਿਹੜਾ ਉਹ ਜਮ੍ਹਾਂ ਕਰਾਉਣਗੇ। ਉਹ ਮੁਕੱਦਮਾ ਭੁਗਤਦਿਆਂ ਨੂੰ 10 ਸਾਲ ਲੱਗ ਗਏ। 10 ਸਾਲ ਬਾਅਦ ਉਹ ਜਾ ਕੇ ਕਿਤੇ ਬਾਇਜ਼ਤ ਬਰੀ ਹੋਏ। ਉਦੋਂ ਤੱਕ ਪਾਸਪੋਰਟ ਵੀ ਐਕਸਪਾਇਰ ਹੋ ਗਿਆ, ਫਿਰ ਪਾਸਪੋਰਟ ਨਵਾਂ ਬਣਾਉਣ ਨੂੰ ਹੋਰ ਸਮਾਂ ਲੱਗਿਆ। ਪਰ ਇੱਥੇ ਇਹ ਵੀ ਗੱਲ ਹੈ ਕਿ ਸਭ ਤੋਂ ਪਹਿਲਾਂ ਤਾਂ ਉਹਦੇ ਰੀਜ਼ਨੇਬਲ ਕੰਟਰੋਲ ਦੇ ਥੱਲੇ ਨਹੀਂ ਸੀ ਕਿ ਉਹ ਵਾਪਸ ਆ ਸਕਦਾ ਹੈ, ਕਿਉਂਕਿ ਕੋਰਟ ਨੇ ਉਹਦਾ ਕਾਗਜ਼ ਜਿਹੜਾ ਟਰੈਵਲ ਡਾਕੂਮੈਂਟ ਰੱਖਿਆ ਸੀ, ਬੇਲ ਕੰਡੀਸ਼ਨ ਸੀ। ਤੇ ਉਸ ਤੋਂ ਬਾਅਦ ਜਦੋਂ ਕੋਰਟ ਨੇ ਰਿਲੀਜ਼ ਵੀ ਕੀਤਾ, ਫਿਰ ਜਦੋਂ ਹੀ ਪਾਸਪੋਰਟ ਬਣਿਆ, ਉਹਦੀ ਪਹਿਲੀ ਇੰਸਟੈਂਸ ਸੀ ਜਦੋਂ ਉਹਨੂੰ ਮੌਕਾ ਮਿਲਿਆ ਵਾਪਸ ਆਉਣ ਦਾ, ਤੇ ਉਹ ਵਾਪਸ ਇੱਥੇ ਆ ਸਕੇ। ਇਹ ਜਿਹੜਾ ਜਿਵੇਂ ਤੁਸੀਂ ਪਾਰਟਿਕੂਲਰ ਕੁਐਸਚਨ ਪੁੱਛਿਆ ਸੀ, ਉਹਦੇ ਲਈ ਇਹ ਰਾਈਟ ਕਾਈਂਡ ਆਫ ਜੂਰਿਸਪ੍ਰੂਡੈਂਸ ਹੈ। ਤੇ ਇਹ ਤੋਂ ਬਾਅਦ ਆਉਣ ਵਾਲੇ ਕੇਸਿਸ ਦੇ ਵਿੱਚ ਵੀ ਇਸ ਕੇਸ ਦਾ ਜਿਹੜਾ ਹਵਾਲਾ ਉਹ ਦਿੱਤਾ ਜਾਂਦਾ ਰਿਹਾ। ਤੇ ਦੂਜਾ ਇੱਕ ਹੋਰ ਮੈਟਰ ਦੇ ਵਿੱਚੋਂ, ਜਿਵੇਂ ਤੁਸੀਂ ਦੱਸਿਆ ਕਿ ਉਸ ਇੰਡੀਵਿਜੂਅਲ ਨੂੰ ਸਜ਼ਾ ਹੋ ਗਈ, ਉਸ ਕੇਸ ਦੇ ਵਿੱਚੋਂ ਜਿਹੜੀ ਹੈਗੀ ਆ, ਉਹਨੇ ਕੋਰਟ ਤੋਂ ਐਗਜ਼ੈਂਪਸ਼ਨ ਲਈ
ਕਿ ਉਹ ਕੈਨੇਡਾ ਆ ਕੇ ਆਪਦਾ ਟੈਕਸ ਫਾਈਲ ਕਰਨਾ ਚਾਹੁੰਦਾ ਹੈਗਾ, ਤੇ ਉਹ ਆਇਆ ਆਪਦਾ ਟੈਕਸ ਫਾਈਲ ਕਰਕੇ ਫਿਰ ਵਾਪਸ ਚਲੇਗਾ। ਇਦਾਂ ਉਹਨੇ 2-3 ਟ੍ਰਿਪ ਹੈ ਜਿਹੜੇ ਉਹ ਕੀਤੇ। ਸੋ ਉਹ ਦੱਸਦਾ ਸੀ ਕਿ ਉਹਦੀ ਐਸਟੈਬਲਿਸ਼ਮੈਂਟ ਇਨ ਕੈਨੇਡਾ ਹੈਗੀ ਹੈ, ਉਹ ਕੈਨੇਡਾ ਦੇ ਵਿੱਚ ਆਪਦਾ ਕਾਰੋਬਾਰ ਚਲਾ ਰਿਹਾ ਹੈ ਤੇ ਉਹ ਆਪਦਾ ਟੈਕਸ ਵੀ ਫਾਈਲ ਕਰ ਰਿਹਾ ਹੈ। ਪਰ ਅਨਫੋਰਚੂਨੇਟਲੀ ਅੰਤ ਨੂੰ ਜਾ ਕੇ ਉਸ ਕੇਸ ਦੇ ਵਿੱਚ ਉਹਨੂੰ ਸਜ਼ਾ ਹੋ ਜਾਂਦੀ ਹੈ। ਜਦੋਂ ਸਜ਼ਾ ਹੋ ਜਾਂਦੀ ਹੈ ਤਾਂ ਫਿਰ ਜਿਹੜਾ ਤੁਹਾਡਾ ਤੁਸੀਂ ਸੈਕਸ਼ਨ 36 ਦੇ ਵਿੱਚ ਆ ਜਾਂਦੇ ਹੋ। ਸੈਕਸ਼ਨ 36 ਹੈ ਵਿਦੇਸ਼ੀਆਂ ਲਈ, ਉਹ ਬਹੁਤ ਡਿਫਰੈਂਟ ਤਰੀਕੇ ਨਾਲ ਲਿਖਿਆ ਹੈ। ਉਹਦੇ ਵਿੱਚ ਇਹ ਲਿਖਿਆ ਕਿ ਤੁਸੀਂ ਇਹੋ ਜਿਹਾ ਕੋਈ ਐਕਟ ਵੀ ਕਮਿਟ ਕਰਤਾ ਜਿਹੜਾ ਕਿ ਕੈਨੇਡਾ ਦੇ ਵਿੱਚ ਜੁਰਮ ਹੈਗਾ, ਚਾਹੇ ਤੁਹਾਨੂੰ ਸਜ਼ਾ ਨਹੀਂ ਵੀ ਹੋਈ ਤਾਂ ਵੀ ਤੁਹਾਨੂੰ ਕਨਵਿਕਸ਼ਨ ਮੰਨੀ ਜਾਵੇ। ਹੁਣ ਕਈ ਇਹ ਇਸ ਲਈ ਬਣਾਇਆ ਗਿਆ ਤਰਨ ਕਿ ਕਈ ਦੇਸ਼ਾਂ ਦੇ ਵਿੱਚੋਂ ਪੋਲੀਗਮੀ ਹੈ ਜਿਹੜਾ ਉਹ ਜੁਰਮ ਨਹੀਂ ਹੈਗਾ, ਪਰ ਕੈਨੇਡਾ ਦੇ ਵਿੱਚ ਉਹ ਕ੍ਰਿਮੀਨਲ ਆਫੈਂਸ ਹੈਗਾ। ਸੋ ਜੇ ਤੁਸੀਂ ਇੱਕ ਤੋਂ ਜ਼ਿਆਦਾ ਜਿਹੜੇ ਵਿਆਹ ਕਰਦੇ ਹੈਗੇ ਹੋ, ਚਾਹੇ ਉਹ ਕੈਨੇਡਾ ਤੋਂ ਬਾਹਰ ਹੀ ਕੀਤੇ ਨੇ, ਪਰ ਉਹ ਕੈਨੇਡਾ ਦੇ ਵਿੱਚ ਜੁਰਮ ਹੈਗਾ। ਉਹ ਉਸ ਮੁਲਕ 'ਚ ਚਾਹੇ ਉਹ ਜੁਰਮ ਨਹੀਂ, ਪਰ ਕੈਨੇਡਾ 'ਚ ਜੁਰਮ ਹੈ। ਉਵੇਂ ਜਿਵੇਂ ਆਪਾਂ ਦੇਖਦੇ ਹਾਂ ਕਿ ਮਿਡਲ ਈਸਟ ਵਿੱਚ ਤੁਸੀਂ ਕਈ ਵਾਰੀ ਟਰਮ ਸੁਣੀ ਹੋਣੀ ਹੈ ਬਲੱਡ ਮਨੀ, ਕਿ ਕਿਸੇ ਦੀ ਮੌਤ ਹੋ ਗਈ, ਕਤਲ ਹੋ ਗਿਆ ਤਾਂ ਉਸ ਤੋਂ ਬਾਅਦ ਉਹਦੇ ਪੈਸੇ ਉਹਦੇ ਦੇ ਦਿੱਤੇ ਗਏ ਤੇ ਉਸ ਤੋਂ ਬਾਅਦ ਉਹਨੂੰ ਸਜ਼ਾ ਨਹੀਂ ਹੋਈ। ਪਰ ਕਤਲ ਦੀ ਸਜ਼ਾ ਕੈਨੇਡਾ ਦੇ ਵਿੱਚ ਲਾਈਫ ਇੰਪ੍ਰਿਜ਼ਨਮੈਂਟ ਹੈਗੀ ਹੈ। ਚਾਹੇ ਉਸ ਮੁਲਕ 'ਚ ਉਸ ਬੰਦੇ ਨੂੰ ਸਜ਼ਾ ਨਹੀਂ ਹੋਈ, ਪਰ ਕੈਨੇਡਾ ਦੇ ਵਿੱਚ ਉਸ ਜੁਰਮ ਦੀ ਸਜ਼ਾ ਹੈਗੀ ਹੈ, ਤਾਂ ਵੀ ਉਹਨੂੰ ਇਨਐਡਮਿਸਿਬਲ ਹੈ ਜਿਹੜਾ ਉਹ ਮੰਨਿਆ ਜਾਊਗਾ। ਇਹ ਕਾਨੂੰਨ ਬਣਾਇਆ ਹੀ ਇਸ ਕਰਕੇ ਹੈ ਤਾਂ ਕਿ ਜਿਹੜਾ ਕੈਨੇਡਾ ਕ੍ਰਿਮੀਨਲਸ ਦੀ ਐਂਟਰੀ ਨੂੰ ਜਿਹੜਾ ਉਹ ਇੰਪੀਡ ਕਰ ਸਕੇ, ਪ੍ਰੀਵੈਂਟ ਕਰ ਸਕੇ। ਨਹੀਂ ਤਾਂ ਲੋਕ ਕੈਨੇਡਾ ਤੋਂ ਬਾਹਰ ਜੁਰਮ ਕਰੇ ਹੋਣਗੇ, ਉਸ ਮੁਲਕ 'ਚੋਂ ਜੁਰਮ ਨਹੀਂ ਹੈਗਾ, ਕੈਨੇਡਾ 'ਚੋਂ ਜੁਰਮ ਹੈਗਾ, ਤੇ ਉਹ ਕਹਿਣਗੇ ਅਸੀਂ ਤਾਂ ਕੋਈ ਜੁਰਮ ਕੀਤਾ ਨਹੀਂ ਕੈਨੇਡਾ ਦੇ ਵਿੱਚੋਂ। ਜਦੋਂ ਪਾਰਲੀਮੈਂਟ ਨੇ ਕਾਨੂੰਨ ਬਣਾਇਆ ਹੋਊਗਾ ਤਾਂ ਉਸ ਸਮੇਂ ਉਹਨਾਂ ਨੇ ਇਸ ਗੱਲ ਨੂੰ ਖਾਸ ਧਿਆਨ ਦੇ ਵਿੱਚ ਰੱਖਿਆ ਹੋਊਗਾ। ਹਾਂ, ਉਹਦੇ ਵਿੱਚ ਐਗਜ਼ੈਂਪਸ਼ਨ ਹੈ ਜਿਹੜੀ ਉਹ ਮਿਲਦੀਆਂ ਨੇ। ਉਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਜੋ ਉਸ ਇੰਡੀਵਿਜੂਅਲ ਦਾ ਸਾਰਾ ਪਰਿਵਾਰ ਕੈਨੇਡਾ ਦੇ ਵਿੱਚ ਹੈ ਤੇ ਫਿਰ ਹਾਂਜੀ ਪਿੱਛੇ ਕੋਈ ਨਹੀਂ, ਹਾਂਜੀ ਫਿਰ ਉਹਨੂੰ ਉਸ ਐਂਗਲ ਤੋਂ ਵੀ ਦੇਖਿਆ ਜਾ ਸਕਦਾ। ਨੈਕਸਟ ਕਾਲਰ ਸਾਡੇ ਨਾਲ ਜੁੜ ਗਏ ਨੇ, ਉਹਨਾਂ ਦੀ ਕਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਵੈਸਟਰਨ ਤੋਂ ਬੋਲਦੇ ਆ ਜੀ। ਅਸੀਂ ਲੜਕਾ ਵਿਆਹ ਕੇ ਆਏ ਸੀ 19 ਸਾਲ ਚ ਜੀ, ਤੇ ਉਹਦੀ ਵਾਈਫ ਦੇ ਪੇਪਰ ਲਾਏ ਹੋਏ ਆ ਫੈਲ, ਤੇ ਉਹਦੀ ਡਾਕਟਰੀ ਵੀ ਉਸੇ ਸਾਲ ਹੋ ਗਈ ਸੀ ਤੇ ਫਿੰਗਰ ਵੀ ਹੋ ਗਏ ਸੀ, ਤੇ ਮੁੜ ਕੇ ਉਹਨਾਂ ਫਿਰ ਪਿਛਲੇ ਸਾਲ ਤੇ ਤਾਂ ਕੁਝ ਨਹੀਂ ਦੱਸਿਆ। ਸਪਾਊਸ ਕੇਸ ਦੇ ਬਾਰੇ ਜਾਣਕਾਰੀ ਕੇਸ ਉਹਨਾਂ ਦੀ ਐਸ ਫਰਵਰੀ ਚ ਡਾਕਟਰੀ ਹੋਈ ਆ ਤੇ ਹਾਲੇ ਉਹਨਾਂ ਦੱਸਿਆ ਨਹੀਂ ਕੁਝ ਵੀ। ਹਾਂਜੀ, ਉਹ ਡਾਕਟਰੀ ਹੈ ਜਿਹੜੀ ਉਹ ਤਾਂ ਸਿਰਫ ਕੰਪਿਊਟਰ ਦੀ ਚਿੱਠੀ ਹੈ ਜੀ। ਉਹ ਜਦੋਂ ਸਾਲ ਖਤਮ ਹੋ ਜਾਊਗਾ ਤੇ ਉਹ ਨਵੀਂ ਡਾਕਟਰੀ ਹੋ ਜਾਊਗੀ। ਉਹ ਫਿਰ ਸਾਲ ਨਵੀਂ ਡਾਕਟਰੀ ਹੁਣ ਹੋ ਗਈ ਹੈ। ਹਾਂਜੀ, ਜਿੱਦਾਂ ਇਹ ਖਤਮ ਹੋ ਗਈ ਸਾਲ ਬਾਅਦ ਫਿਰ ਨਵੀਂ ਹੋ ਜਾਊਗੀ। ਸੋ ਡਾਕਟਰੀ ਹੋਣ ਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਵੀਜ਼ਾ ਮਿਲਣਾ ਹੈਗਾ, ਉਹ ਤਾਂ ਇੱਕ ਪ੍ਰੋਸੈਸ ਹੈਗਾ। ਤੇ ਦੂਜਾ ਜਿਹੜਾ ਨਵੀਂ ਦਿੱਲੀ ਕੇਸ ਕਦੋਂ ਗਿਆ ਸੀ ਜੀ? ਇਹ ਜੀ 1919 ਚ। ਹਾਂਜੀ, ਜੇ ਨਵੀਂ 1920 ਚ। ਹਾਂਜੀ, ਜੇ 19 ਚ ਕੇਸ ਗਿਆ ਹੈਗਾ ਤੇ ਫਿਰ ਸਰਟਨਲੀ ਕਿਤੇ ਨਾ ਕਿਤੇ ਕੇਸ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਜੀ, ਜਾਂ ਕੋਈ ਇਨਵੈਸਟੀਗੇਸ਼ਨ ਹੋ ਰਹੀ? ਪ੍ਰੋਬਲਮ ਨਹੀਂ, ਉਦੋਂ ਡਾਕਟਰੀ ਵੀ ਹੋ ਗਈ ਸੀ, ਉਹਨਾਂ ਦੇ ਫਿੰਗਰ ਵੀ ਹੋ ਗਏ ਸੀ। ਹਾਂਜੀ, ਬਿਲਕੁਲ। ਡਾਕਟਰੀ ਹੋਣਾ ਮੈਂ ਆਪ ਜੀ ਨੂੰ ਦੱਸਿਆ ਕਿ ਉਹ ਪ੍ਰੋਬਲਮ ਨਹੀਂ ਹੈਗੀ ਆ। ਸੋ ਮੇਬੀ ਇੱਕ ਆਫਿਸਰ ਨੇ ਉਹਨੂੰ ਇੰਟਰਵਿਊ ਕਰਨਾ ਹੋਵੇ। ਜੇ ਇੰਟਰਵਿਊ ਕਰਨਾ ਹੈਗਾ ਤਾਂ ਇੰਟਰਵਿਊ ਕਿਹੜੇ ਕਾਰਨਾਂ ਕਰਕੇ ਕਰਨਾ ਹੈ, ਕਿਉਂਕਿ ਇੰਟਰਵਿਊ ਨਹੀਂ ਹੋ ਸਕਦੀ ਕੋਵਿਡ ਸਿਚੁਏਸ਼ਨ ਦੇ ਵਿੱਚੋਂ। ਸੋ ਜਿਹੜੇ ਕੇਸਿਸ ਨੂੰ ਪ੍ਰਿੰਸੀਪਲ ਅਪਰੂਵਲ ਨਹੀਂ ਹੈਗਾ ਤਰਨ, ਉਹ ਕੇਸਿਸ ਬਹੁਤ ਜ਼ਿਆਦਾ ਬੈਕਲੌਗਡ ਹੈਗੇ ਨੇ। ਜਿਹੜੇ ਕੇਸਿਸ ਨੂੰ ਇਨ ਪ੍ਰਿੰਸੀਪਲ ਅਪਰੂਵਲ ਦਾ ਮਤਲਬ ਹੈ ਕਿ ਆਫਿਸਰ ਨੇ ਸਰਕਮਸਟੈਂਸਸ ਦੇਖੀਆਂ ਤੇ ਉਹਨੇ ਦੇਖਿਆ ਕਿ ਕੋਈ ਇੰਟਰਵਿਊ ਦੀ ਜ਼ਰੂਰਤ ਨਹੀਂ ਤੇ ਮਨਜ਼ੂਰੀ ਮਿਲ ਗਈ, ਉਹ ਕੇਸ ਜੇ 20 ਵੀ ਲਾਏ ਨੇ ਤਾਂ ਉਹ ਲੋਕ ਆ ਗਏ ਨੇ ਆਲਰੇਡੀ। ਪਰ ਜੇ 19 ਦਾ ਕੇਸ ਲੱਗਿਆ ਹੈ ਤੇ ਆਫਿਸਰ ਨੇ ਇਹ ਡਿਟਰਮਿਨ ਕਰਿਆ ਕਿ ਇਹਨੂੰ ਇੰਟਰਵਿਊ ਦੀ ਜ਼ਰੂਰਤ ਹੈ, ਤਾਂ ਇਹਦਾ ਮਤਲਬ ਕਿ ਕਿਤੇ ਨਾ ਕੋਈ ਪ੍ਰੋਬਲਮਸ ਹੈ। ਸੋ ਉਸ ਕਰਕੇ ਉਹਨੂੰ ਉਹਨਾਂ ਡਿਲੇ ਹੋ ਰਿਹਾ। ਸੋ ਸਭ ਤੋਂ ਪਹਿਲਾਂ ਤਾਂ ਇਹ ਜਾਣਿਆ ਜਾਵੇ ਕਿ ਉਹ ਕੇਸ ਦੇ ਵਿੱਚ ਪ੍ਰੋਬਲਮਸ ਕੀ ਹੈਗੀਆਂ ਨੇ, ਫਿਰ ਉਹ ਪ੍ਰੋਬਲਮਸ ਨੂੰ ਉਸੇ ਤਰੀਕੇ ਨਾਲ ਰਿਜ਼ੋਲਵ ਹੈ ਜਿਹੜਾ ਕੀਤਾ ਜਾ ਸਕੇ। ਤੁਸੀਂ ਸਾਡੇ ਆਫਿਸ ਨੂੰ ਕਾਲ ਕਰ ਲਿਓ ਜੀ, ਤੇ ਉਹ ਮੇਰੇ ਨਾਲ ਤੁਹਾਡੀ ਅਪਾਇੰਟਮੈਂਟ ਬਣਾ ਦੇਣਗੇ, ਫਿਰ ਆਪਾਂ ਗੱਲ ਕਰ ਸਕਦੇ ਹਾਂ ਇਹਦੇ ਮਾਮਲੇ ਦੇ ਉੱਤੇ। ਜੀ, ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ। ਤੇ ਮਿਸਟਰ ਖਹਿਰਾ ਦੇ ਸਾਰੇ ਆਫਿਸਰਸ ਦੇ ਨੰਬਰ ਅਸੀਂ ਨਾਲ ਦੀ ਨਾਲ ਪ੍ਰੋਵਾਈਡ ਕੀਤੇ ਹੋਏ ਨੇ। ਸਰ, ਅਖੀਰ ਦੇ ਵਿੱਚ ਜਿਹੜੇ ਜਿਨ੍ਹਾਂ ਦੇ ਇਸ ਵਕਤ ਪੀਆਰ ਕਾਰਡਸ ਐਕਸਪਾਇਰ ਹੋ ਰਹੇ ਨੇ, ਕਿੰਨਾ ਸਮਾਂ ਪਹਿਲਾਂ ਇਹਨਾਂ ਦੇ ਲਈ ਜਿਹੜੀ ਐਪਲੀਕੇਸ਼ਨ ਦੇਣੀ ਪੈਂਦੀ ਹੈ ਤੇ ਕਿੰਨਾ ਸਮਾਂ ਲੱਗਦਾ ਹੈ ਆਪ ਨੂੰ? ਜਿਹੜਾ ਟਰਨ ਅਰਾਊਂਡ ਟਾਈਮ ਹੈਗਾ ਤਰਨ, ਉਹ ਅਬਾਊਟ 14 ਡੇਜ਼ ਹੈਗਾ। ਸੋ 14 ਡੇਜ਼ ਦੇ ਵਿੱਚ ਤੁਹਾਨੂੰ ਆਉਣ ਦੀ ਜਿਹੜੀ ਇਜਾਜ਼ਤ ਹੈ ਜਾਂ ਡਿਟਰਮੀਨੇਸ਼ਨ ਹੈ ਉਹ ਹੋ ਜਾਂਦੀ ਹੈ। ਮੈਂ ਦੇਖਿਆ ਕਿ ਜਦੋਂ ਤੋਂ ਜਿਹੜਾ ਕੋਵਿਡ-19 ਦਾ ਪੈਂਡੇਮਿਕ ਸ਼ੁਰੂ ਹੋਇਆ, ਉਦੋਂ ਤੋਂ ਜਿਹੜੇ ਆਫਿਸਰਸ ਨੇ ਉਹਨਾਂ ਨੇ ਵੀ ਲੀਨੀਅੰਸੀ ਇਹਨਾਂ ਮਾਮਲਿਆਂ 'ਚ ਦਿਖਾਉਣੀ ਸ਼ੁਰੂ ਕੀਤੀ ਹੋਈ ਹੈ, ਕਿਉਂਕਿ ਹਿਊਮੈਨਿਟੇਰੀਅਨ ਇਸ਼ੂਜ਼ ਨੇ, ਫਲਾਈਟਸ ਨਹੀਂ ਆ ਰਹੀਆਂ ਜਾਂ ਉਹ ਦੇਸ਼ 'ਚ ਕੀ ਹਾਲਾਤ ਹੈਗੇ ਨੇ,
ਤੇ ਦੂਜੀ ਜਿਹੜੀਆਂ ਜੇ ਰਿਫਿਊਜ਼ਲ ਵੀ ਹੈਗਾ ਤੇ ਉਸ ਤੋਂ ਬਾਅਦ ਉਹਨੂੰ ਅਪੀਲ ਕਰਦੇ ਆ ਤਾਂ ਅਪੀਲ ਅੱਜ ਕੱਲ 6 ਜਨਵਰੀ ਤੋਂ ਬਾਅਦ ਸਾਰੀਆਂ ਹੀਅਰਿੰਗਸ ਨੇ ਜਿਹੜੀਆਂ ਉਹ ਵਰਚੁਅਲ ਹੋ ਰਹੀਆਂ ਨੇ ਤੇ ਹੀਅਰਿੰਗ ਦਾ ਸਮਾਂ ਵੀ 3 ਜਾਂ 4 ਮਹੀਨੇ ਦੇ ਵਿੱਚ ਥੋੜੀ ਵਾਰੀ ਜਿਹੜੀ ਆ ਜਾਂਦੀ ਹੈ। ਬਿਲਕੁਲ ਜੀ। ਨੈਕਸਟ ਕਾਲਰ ਇੱਕ ਹੋਰ ਜੁੜ ਗਏ ਨੇ, ਉਹਨਾਂ ਦਾ ਵੀ ਸਵਾਲ ਲੈ ਲਈਏ। ਸਾਡੇ ਲਾਸਟ ਕਾਲਰ ਹੋਣਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਟੋਰਾਂਟੋ ਤੋਂ ਬੋਲ ਰਿਹਾ। ਮੈਂ ਆਪਣੀ ਵਾਈਫ ਦਾ ਕੇਸ ਲਗਾਇਆ ਸੀਗਾ 2000 ਜਨਵਰੀ 2020 ਵਿੱਚ ਸੌਗ ਦਾ ਸਪਾਂਸਰਸ਼ਿਪ ਦਾ, ਤੇ ਉਹ ਫਾਈਲ ਮਿਸੀਸਾਗਾ ਫੈਬਰੂਅਰੀ 12 ਨੂੰ ਟ੍ਰਾਂਸਫਰ ਹੋਈ ਸੀਗੀ ਪਿਛਲੇ ਸਾਲ। ਉਸ ਤੋਂ ਬਾਅਦ ਉਹਨਾਂ ਦਾ ਕੋਈ ਰਿਪਲਾਈ ਕੁਝ ਨਹੀਂ ਆਇਆ। ਮੈਡੀਕਲ ਤੇ ਬਾਇਓਮੈਟ੍ਰਿਕ ਆਲਰੇਡੀ ਫੈਬਰੂਅਰੀ ਸਟਾਰਟਿੰਗ ਵਿੱਚ ਹੋ ਗਈਆਂ ਸੀਗੀ ਤੇ ਉਹਨਾਂ ਦਾ ਕੁਝ ਰਿਪਲਾਈ ਨਹੀਂ ਆਇਆ। ਤੇ ਮੈਂ ATIP ਨੋਟਸ GCMS ਨੋਟਸ ਅਪਲਾਈ ਕੀਤੇ ਸੀਗੇ, ਉਹਦੇ ਵਿੱਚ ਉਹ ਦਿਖਾ ਰਿਹਾ ਕਿ ਫਾਈਲ ਨੋਟ ਇਵਨ ਟਚਡ ਸਿੰਸ ਫੈਬਰੂਅਰੀ, ਤੇ ਉਹਦੇ ਵਿੱਚ ਜਿਹੜਾ ਕੋਈ ਆਫਿਸਰ ਹੈ ਸਾਈਨ ਨਹੀਂ ਹੋਇਆ, ਕੋਈ ਉਹਨੇ ਕਮੈਂਟ ਨਹੀਂ ਕੀਤਾ। ਐਲੀਜੀਬਿਲਿਟੀ ਤੇ ਸਿਕਿਉਰਿਟੀ ਨੋਟ ਇਵਨ ਸਟਾਰਟਡ, ਕ੍ਰਿਮੀਨੈਲਿਟੀ ਤੇ ਮੈਡੀਕਲ ਜਿਹੜੇ ਪਾਸਡ ਹੈਗੇ ਨੇ, ਤੇ ਉਹਦੇ ਵਿੱਚ ਅਸੀਂ ਕੁਝ ਕਰ ਸਕਦੇ ਹਾਂ ਆਪਣੇ ਵੱਲੋਂ। ਮੈਂ MP ਤੇ ਆਲਰੇਡੀ ਥਰੂ ਇਨਕੁਆਇਰੀ ਪਾਈ ਹੈ, ਵੈਬ ਫਾਰਮ ਰੇਜ਼ ਕੀਤੀਆਂ, ਲੇਕਿਨ ਉਹ ਫਾਈਲ ਅਜੇ ਤੱਕ ਟੱਚ ਨਹੀਂ ਹੋਈ। ਹਾਂਜੀ, MP ਦਾ ਕੋਈ ਵੀ ਰੋਲ ਨਹੀਂ ਹੈਗਾ। ਉਹ MP ਦਾ ਕੰਮ ਤੁਸੀਂ ਖੁਦ ਵੀ ਕਰ ਸਕਦੇ ਹੈਗੇ। ਤੁਸੀਂ ਵੈਬ ਫਾਰਮ ਕਰਤਾ, ਉਹੀ MP ਨੇ ਕਰਨਾ। ਸੋ MP ਦਾ ਕੋਈ ਵੀ ਰੋਲ ਨਹੀਂ ਹੈਗਾ ਮੈਟਰਸ। ਇਹ ਨਹੀਂ ਹੈਗਾ ਕਿ ਤੁਸੀਂ MP ਨੂੰ ਕਹਿਤਾ ਤੇ ਤੁਹਾਡਾ ਕੇਸ ਹੋ ਜਾਊਗਾ, ਫਿਰ ਜਿਹਨੇ MP ਨੂੰ ਨਹੀਂ ਕਿਹਾ ਉਹਦਾ ਕੇਸ ਨਹੀਂ ਹੋਊਗਾ ਜੀ। ਇਹ ਤਾਂ ਕੋਈ ਫੇਅਰਨੈਸ ਨਹੀਂ ਨਾ। ਹਾਂਜੀ, ਆਈ ਅੰਡਰਸਟੈਂਡ। ਬਿਲਕੁਲ ਜੀ, ਆਪਾਂ ਟੀਵੀ ਸਕਰੀਨ ਤੇ ਸਕਦੇ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਇਹ ਲਾਸਟ ਕਾਲ ਸਰ, ਇੱਕ ਲਾਸਟ ਹੋਰ ਲੈ ਰਹੇ ਹਾਂ ਸੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ੍ਰੀ ਅਕਾਲ ਜੀ, ਮੈਂ ਸਰੀ ਤੋਂ ਬੋਲ ਰਿਹਾ ਜੀ ਸਰ। ਮੈਂ ਪੁੱਛਣਾ ਸੀਗਾ ਜਿੱਦਾਂ ਵੀ ਸਿਟੀਜ਼ਨਸ਼ਿਪ ਹੋਵੇ ਤਾਂ ਆਪਾਂ ਇੰਡੀਆ ਕਿੰਨਾ ਚਿਰ ਰਹਿ ਸਕਦੇ ਹਾਂ? ਤੁਸੀਂ ਸਾਰੀ ਉਮਰ ਵੀ ਰਹਿ ਸਕਦੇ ਹੋ ਜੇ ਸਿਟੀਜ਼ਨਸ਼ਿਪ ਹੈਗਾ, ਪ੍ਰੋਵਾਈਡਡ ਕਿ ਇੰਡੀਆ ਤੁਹਾਨੂੰ ਕਿੰਨਾ ਚਿਰ ਰੱਖਣਾ ਚਾਹੁੰਦਾ ਹੈ ਉਹ ਮੈਟਰ ਹੋਊਗਾ। ਐਜ਼ ਅ ਕੈਨੇਡੀਅਨ ਯੂ ਹੈਵ ਰਾਈਟ ਟੂ ਰਿਟਰਨ, ਤੁਹਾਡੇ ਕੋਲ ਵਾਪਸ ਆਉਣ ਦਾ ਅਧਿਕਾਰ ਹੈ। ਤੁਸੀਂ ਸਾਰੀ ਉਮਰ ਵੀ ਰਹਿ ਸਕਦੇ ਹੋ ਜੀ। ਹਾਂ, ਪ੍ਰੋਵਾਈਡਡ ਉਹ ਮੁਲਕ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਤੁਹਾਨੂੰ ਰਹਿਣ ਦੀ ਇਜਾਜ਼ਤ ਹੋਵੇ ਜੀ। ਸ਼ੁਕਰੀਆ ਜੀ। ਕੁਝ ਵੀ ਲਿਖਵਾ ਕੇ ਮਿਲ ਜਾਣਾ ਪੈਂਦਾ? ਬਿਲਕੁਲ ਨਹੀਂ ਜੀ, ਕੈਨੇਡੀਅਨ ਨੂੰ ਇਹ ਕਾਨੂੰਨੀ ਹੱਕ ਹੈ ਵਾਪਸ ਆਉਣ ਦਾ। ਸੋ ਕੁਝ ਨਹੀਂ ਲਿਖਾ ਕੇ ਲੈ ਕੇ ਜਾਣਾ। ਤੁਸੀਂ ਵਾਪਸ ਕਿਸੇ ਵੀ ਟਾਈਮ ਆ ਸਕਦੇ ਹੋ, ਪਰ ਭਾਰਤ ਤੱਕ ਕਿੰਨੀ ਦੇਰ ਤੱਕ ਰਹਿ ਸਕਦੇ ਹੋ ਭਾਰਤ ਸਰਕਾਰ ਤੇ ਡਿਪੈਂਡ ਕਰਦਾ ਹੈ ਤੁਹਾਨੂੰ ਇਜਾਜ਼ਤ ਕਿੰਨੀ ਦਿੰਦੀ ਹੈ ਰਹਿਣ ਦੀ। ਸ਼ੁਕਰੀਆ ਜੀ ਕਾਲ ਕਰਨ ਲਈ, ਸ਼ੁਕਰੀਆ ਜੀ। ਮੈਂ ਉਸ ਸਪਾਊਸਲ ਵਾਲਿਆਂ ਦਾ ਜਵਾਬ ਕੰਟੀਨਿਊ ਕਰਨਾ ਚਾਹੁੰਦਾ ਸੀ। ਸੋ ਉਹਨਾਂ ਨੇ ਜਿਹੜਾ GCMS ਨੋਟਸ ATIP ਦੇ ਥੱਲੇ ਮੰਗਾਏ ਨੇ, ਬਿਲਕੁਲ ਮੰਗਾ ਲਏ ਨੇ, ਪਰ ਉਹਨੂੰ ਜਿਹੜਾ ਡਿਸਾਈਫਰ ਕਰਨਾ ਹੈ, ਜਿਹੜਾ ਉਹਨੂੰ ਪੜ੍ਹਨਾ ਹੈਗਾ, ਉਹ ਇੱਕ ਕਾਮਨ ਇੰਡੀਵਿਜੂਅਲ ਹੈ, ਜਿਹੜਾ ਰੀਜ਼ਨੇਬਲ ਕਾਮਨ ਮੈਨ ਹੈ, ਉਹਨੂੰ ਸਮਝ ਨਹੀਂ ਆਊਗਾ। ਹਾਂ, ਉਹਨੂੰ ਇਹ ਸਮਝ ਆ ਜੋ ਅੰਗਰੇਜ਼ੀ 'ਚ ਕੀ ਇਹ ਲਿਖਿਆ ਹੈ, ਪਰ ਉਹਦਾ ਮਤਲਬ ਕੀ ਹੈ ਹਾਂਜੀ ਉਹ ਨਹੀਂ ਪਤਾ ਲੱਗੂਗਾ ਉਹਨਾਂ ਨੂੰ। ਤੇ ਉਹ ਮੈਂ ਕਾਲਰ ਨੂੰ ਰਿਕੁਐਸਟ ਕਰੂੰਗਾ ਕਿ ਉਹ ਮੇਰੇ ਨਾਲ ਅਪਾਇੰਟਮੈਂਟ ਬਣਾ ਲੈਣ ਜੀ, ਨਾਲ ਆਪਣੇ ਨੋਟਸ ਵੀ ਲੈ ਕੇ ਆਉਣ। ਉਸ ਤੋਂ ਬਾਅਦ ਉਹਨਾਂ ਦੇ ਵਿਚਾਰ ਹੈ ਜਿਹੜਾ ਉਹ ਕਰ ਸਕਦੇ ਹੈਗੇ ਆ, ਤੇ ਉਹ ਗੱਲਬਾਤ ਕਰੇ ਤਾਂ ਹੀ ਪਤਾ ਲੱਗੂ, ਕਿਉਂਕਿ ਬਹੁਤ ਜਿਹੜਾ ਇਨਫੋਰਮੇਸ਼ਨ ਪ੍ਰਾਈਵੇਟ ਹੈਗਾ। ਸੋ ਆਪਾਂ ਇਹਨੂੰ ਪਬਲਿਕ ਪਲੇਟਫਾਰਮ ਤੇ ਨਹੀਂ ਕਰਨਾ ਚਾਹੁੰਦੇ। ਮੈਨੂੰ ਕਿੰਨੇ ਤਰ੍ਹਾਂ ਦੇ ਸਵਾਲ ਨੇ ਉਹਨਾਂ ਨੂੰ ਪੁੱਛਣੇ ਪੈਣੇ ਆ ਜੀ। ਜੀ ਬਿਲਕੁਲ। ਤੇ ਸਰ ਹੁਣ ਸਮਾਂ ਵੀ ਲਗਭਗ ਇਜਾਜ਼ਤ ਲੈਣ ਦਾ ਹੋਇਆ, ਦਰਸ਼ਕਾਂ ਨੂੰ ਕੁਝ ਕਹਿਣਾ ਚਾਹੁੰਦੇ? ਬਿਲਕੁਲ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜਾ ਇਮੀਗ੍ਰੇਸ਼ਨ ਹੈ ਨਾ ਲਾਅ ਹੈਗਾ, ਸੋ ਲਾਅ ਹੋਣ ਨਾਲ ਜੇ ਤੁਹਾਨੂੰ ਲੀਗਲ ਨੋ ਹਾਊ ਨਹੀਂ ਹੈਗੀ ਹੈ ਤਾਂ ਤੁਹਾਨੂੰ ਖੁਦ ਇਹਦੇ ਤੇ ਐਕਟ ਨਹੀਂ ਕਰਨਾ ਚਾਹੀਦਾ। ਕਿ ਜਿਵੇਂ ਜੇ ਆਪਾਂ ਨੂੰ ਪਤਾ ਹੈ ਕਿ ਆ ਫਲਾਣੀ ਬਿਮਾਰੀ ਦਾ ਇਲਾਜ ਆਪਾਂ ਖੁਦ ਆਪਣਾ ਇਲਾਜ ਨਹੀਂ ਨਾ ਕਰਦੇ, ਇੱਕ ਪ੍ਰੋਫੈਸ਼ਨਲ ਕੋਲ ਜਾਂਦੇ ਆ, ਉਵੇਂ ਜਿਵੇਂ ਇਹ ਥੋੜੀ ਲੀਗਲ ਹੈਲਥ ਹੈਗੀ ਹੈ, ਆਲਵੇਜ਼ ਇੱਕ ਲੀਗਲ ਪ੍ਰੋਫੈਸ਼ਨਲ ਨੂੰ ਹਾਇਰ ਕਰਿਆ ਕਰੋ ਜੀ। ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਚਾਉਣ ਲਈ। ਸੋ ਦੋਸਤੋ, ਇਹ ਸੀ ਸਾਡਾ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ। ਮਿਸਟਰ ਖਹਿਰਾ ਤੋਂ ਕਿਸੇ ਵੀ ਪ੍ਰਕਾਰ ਦੀ ਸਲਾਹ ਚਾਹੁੰਦੇ ਹੋ, ਉਹਨਾਂ ਦੇ ਆਫਿਸਸ ਦੇ ਨੰਬਰ ਅਸੀਂ ਤੁਹਾਨੂੰ ਪ੍ਰੋਵਾਈਡ ਕਰਵਾ ਦਿੱਤੇ ਨੇ। ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ 'ਚ ਅਸੀਂ ਹਮੇਸ਼ਾ ਭਰੋਸੇਮੰਦ ਕੰਸਲਟੈਂਟ ਨੂੰ ਹੀ ਜੋੜਦੇ ਹਾਂ। ਸੋ ਕੋਈ ਵੀ ਤੁਸੀਂ ਜਾਣਕਾਰੀ ਲੈਣੀ ਹੈ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ TV। ਸਤਿ ਸ਼੍ਰੀ ਅਕਾਲ।